ਅੱਜ ਸਿੰਘੂ ਬਾਰਡਰ ਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸਿੰਘ ਸਾਹਿਬ ਬਾਬਾ ਮਾਨ ਸਿੰਘ ਜੀ, ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ, ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਅਰਬਾ ਖਰਬਾ ਸਿੰਘ ਸਾਹਿਬ ਬਾਬਾ ਚੜ੍ਹਤ ਸਿੰਘ ਜੀ ਦਾਸ ਉਹਨਾਂ ਵੱਲੋਂ ਹਾਜ਼ਰ ਹੈ। ਸ਼੍ਰੋਮਣੀ ਪੰਥ ਅਕਾਲੀ ਉਡਣਾ ਦਲ ਤਰਨਾ ਦਲ ਦੇ ਸਿੰਘ ਸਾਹਿਬ ਬਾਬਾ अपने बलविंदर सिंह जी मोयां दी मंडी वाले वो भी साढ़े च मौजूद ने। सिंह साहब बाबा नारायण सिंह जी उन्होंने भराता बाबा धर्म सिंह जी मौजूद ने तरना दल। सिंह साहब बाबा गुरसेवक सिंह जी तरना दल, सिंह साहब बाबा धीरा सिंह जी उन्होंने सिंह हाज़र ने कि वो हजूर साहब गए ने सारे। सिंह साहब बाबा मान सिंह जी मड़ियां वाले उन्होंने दल पंथ सिंह हाज़र ने। असी सारिया निहंग सिंह जथेबंदियां वालों ये जिहड़ी प्रैस कानफ्रेंस सद्दी अज ਇਹਦਾ ਸੱਦਣ ਦਾ ਮਕਸਦ ਇੱਕੋ ਹੀ ਹੈ ਵੀ ਦੇਖੋ ਜੋ ਪਰਸੋਂ ਜਿਹੜੀ ਇੱਥੇ ਦੁਖਦਾਈ ਘਟਨਾ ਘਟੀ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ, ਉਹਦੇ ਵਿੱਚ ਸਰਬਲੋਕ ਗ੍ਰੰਥ ਵੀ, ਉਹਦੇ ਵਿੱਚ ਦਸਮ ਗ੍ਰੰਥ ਵੀ ਆ ਜਾਂਦੇ ਨੇ। ਉਹ ਬੇਅਦਬੀ ਹੋਈ ਤੇ ਜਿਹਨੇ ਕਰੀ ਉਹਨੂੰ ਨਿਹੰਗ ਸਿੰਘ ਫੌਜਾਂ ਵੱਲੋਂ ਸੋਧਾ ਵੀ ਲਾਇਆ ਗਿਆ। ਆਪ ਸਾਰਿਆਂ ਨੇ ਦੇਖਿਆ ਘਟਨਾਕ੍ਰਮ, ਗ੍ਰਿਫਤਾਰੀਆਂ ਵੀ ਹੋਈਆਂ, ਸਿੰਘ ਭੱਜੇ ਨਹੀਂ ਹੈਗੇ। ਉਹ ਤੁਹਾਡੇ ਸਾਹਮਣੇ ਜੋ ਕੁਛ ਹੈ ਸਾਰਾ ਕੁਛ ਚੱਲ ਰਿਹਾ ਕੰਮ। ਤੇ ਉਸ ਦੇ ਸੰਬੰਧ ਦੇ ਵਿੱਚ ਇੱਥੇ ਅਸੀਂ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਇਹ ਕਿਸਾਨ ਮੋਰਚਾ ਜਾਦਾ ਲੱਗਿਆ ਹੋਇਆ ਹੈ 3 ਬਿੱਲ ਰੱਦ ਕਰਾਉਣ ਵਾਸਤੇ। ਅਸੀਂ ਕਿਸਾਨਾਂ ਤੇ ਮਜ਼ਦੂਰਾਂ ਦੇ ਇੱਥੇ ਸਪੋਰਟ ਦੇ ਵਿੱਚ ਬੈਠੇ ਹਾਂ ਪਹਿਲੇ ਦਿਨ ਤੋਂ ਢਾਲ ਬਣ ਕੇ। ਜਦੋਂ ਵੀ ਕਿਸਾਨ ਮੋਰਚੇ ਉੱਤੇ बीजेपी सरकार ने RSS ने इत्थे गुंडागर्दी की, चाहे वह 29 जनवरी हो RSS के बंदे ने दूसरी 2 नंबर स्टेज पर जो बखेड़ा खड़ा किया, तंबू पट्टे उत्थे किसानों को जख्मी किया, उसका मूँह तोड़ जवाब निहंग सिंह फौजां ने मूहरे होकर दिता। सेवावां चल रही सी, लेकिन अज जो गुरु ग्रंथ साहब महाराज की वो दुष्ट ने बेअदबी की, ਸਿੰਘਾਂ ਵੱਲੋਂ ਸੋਧਾ ਲਾਇਆ। ਉਹਦਾ ਕਾਰਨ ਵੀ ਇਹ ਆ ਕਿ ਦੇਖੋ ਬੇਅਦਬੀ ਇਸ ਤੋਂ ਪਹਿਲਾਂ ਬਹੁਤ ਹੋਈਆਂ ਨੇ, ਸਾਨੂੰ ਅਦਾਲਤਾਂ ਤੋਂ ਇਨਸਾਫ ਨਹੀਂ ਮਿਲਿਆ, ਨਾ ਹੀ ਦਿੱਤਾ। ਜੇ ਕੋਈ ਫੜਿਆ ਗਿਆ ਤਾਂ ਉਹਨਾਂ ਨੇ ਉਹ ਵਿਅਕਤੀ, ਚਾਹੇ ਕੋਈ ਔਰਤ ਆ ਚਾਹੇ ਕੋਈ ਉਹ ਬੰਦਾ ਵਾ, ਉਹਨੂੰ ਪਾਗਲ ਕਰਾਰ ਦਿੱਤਾ ਕਿ ਵੀ ਇਹ ਪਾਗਲ ਬੰਦਾ, ਕਿਸੇ ਨੂੰ ਕੋਈ ਸਜ਼ਾ ਨਹੀਂ ਹੋਈ। कोई ਉਹਦੇ ਮਗਰਲਾ ਰਿਕਾਰਡ ਨਹੀਂ ਕਾ ਵੀ ਕਿਹਨੇ ਭੇਜਿਆ। ਜਿਹੜਾ ਇੱਥੇ ਹੋਇਆ ਕਾਂਡ, ਇੱਥੇ ਉਹਨੂੰ ਦੁਸ਼ਟ ਨੂੰ ਸੋਧਾ ਗਿਆ। ਹੁਣ ਰੌਲਾ ਪੈ ਗਿਆ ਵੀ ਉਹ ਅਦਾਲਤ ਦਾ ਰੌਲਾ ਪਾਤਾ। ਇਹ ਨਹੀਂ ਦੇਖ ਰਹੇ ਵੀ ਉਹ ਦੇਖੋ ਜਿਹੜਾ ਕੋਈ ਵੀ ਨੀਚ ਹਰਕਤ ਕਰਦਾ, ਚਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਵੇ, ਚਾਹੇ ਕੁਰਾਨ ਦੀ ਹੋਵੇ, ਚਾਹੇ ਰਮਾਇਣ ਦੀ ਹੋਵੇ, ਉਹ ਬੇਅਦਬੀ ਤਾਂ ਬੇਅਦਬੀ ਆ। ਜੋ ਵੀ ਕਰਦਾ ਬੇਅਦਬੀ ਉਹ ਇਨਸਾਨਾਂ ਦੇ ਵਿੱਚ ਮੈਂ ਕਹਿੰਦਾ ਨਹੀਂ ਗਿਣਿਆ ਜਾਂਦਾ। ਨਾ ਉਹ ਕਿਸੇ ਜਾਤ ਦਾ ਹੋ ਸਕਦਾ, ਨਾ ਉਹ ਇਨਸਾਨ ਹੀ ਨਹੀਂ ਉਹ ਗਿਣਿਆ ਜਾਂਦਾ ਜੇ ਕਿਸੇ ਧਰਮ 'ਤੇ ਕੋਈ ਅਟੈਕ ਕਰਦਾ। ਅਤੇ ਅੱਜ ਸਾਡੇ ਧਰਮ 'ਤੇ ਅਟੈਕ ਹੋਇਆ, ਸਿੰਘਾਂ ਨੇ ਸੋਧਾ ਲਾਇਆ। ਅਤੇ ਉਸ ਤੋਂ ਬਾਅਦ ਜਿਹੜਾ ਸੰਯੁਕਤ ਮੋਰਚਾ ਉਹਨੇ ਇਹ ਬਿਆਨ ਦਿੱਤਾ ਵੀ ਜਿਹੜੇ ਨਿਹੰਗ ਸਿੰਘ ਨੇ ਇਹਨਾਂ ਨਾਲ ਸਾਡਾ ਕੋਈ ਵਾਦ ਵਾਸਤਾ ਨਹੀਂ, ਇਸ ਮੁੱਦੇ 'ਤੇ ਅਸੀਂ ਕੋਈ ਗੱਲ ਹੀ ਨਹੀਂ ਕਰਦੇ, ਸਾਡਾ ਇਹਨਾਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ। ਅਸੀਂ ਪਹਿਲਾਂ ਵੀ ਕਿਹਾ ਸੀ ਵੀ ਇਹ ਇੱਥੋਂ ਚਲੇ ਜਾਣ। ਅਤੇ ਜਿਹੜਾ ਜੋਗਿੰਦਰ ਯਾਦਵ ਆ ਸੰਯੁਕਤ ਮੋਰਚੇ ਦੇ ਵਿੱਚ, ਉਹਨੇ ਵੀ ਬਹੁਤ ਘਟੀਆ ਜਿਹਾ ਬਿਆਨ ਲਿਆ। ਮੈਂ ਦੇਖ ਲਿਆ ਵੀ ਇਹਨਾਂ ਦਾ ਕਿੰਨਾ 40 ਸਾਲ ਦਾ ਤਜਰਬਾ ਵਾ। ਉਹ ਕਹਿੰਦਾ ਇਹਨਾਂ ਵਾਸਤੇ ਇੱਥੇ ਅੰਦੋਲਨ ਦੇ ਵਿੱਚ ਜਗ੍ਹਾ ਹੀ ਨਹੀਂ ਹੈਗੀ ਨਿਹੰਗ ਸਿੰਘਾਂ ਵਾਸਤੇ। ਦੇਖੋ ਅਸੀਂ ਇਹ ਪ੍ਰੈਸ ਕਾਨਫਰੰਸ ਤਾਂਹੀਓ ਹੀ ਬੁਲਾਈ ਅੱਜ, ਸਾਰੀਆਂ ਭਾਰਤ ਦੀਆਂ, ਪੰਜਾਬ ਦੀਆਂ, ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਸੰਗਤਾਂ ਬੈਠੀਆਂ ਨੇ, ਸਭ ਤੋਂ ਪਹਿਲਾਂ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਅਸੀਂ 27 ਤਰੀਕ ਨੂੰ ਇੱਕ ਇੱਥੇ ਮੀਟਿੰਗ ਸੱਦੀ ਆ। ਸਾਰੀ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਪਹੁੰਚਣ, ਉਹਨਾਂ ਨੂੰ ਸੱਦਾ ਹੈ। ਅਤੇ ਸਾਰੀਆਂ ਪੰਥਕ ਜਥੇਬੰਦੀਆਂ ਜਿਹੜਾ ਉਹਨਾਂ ਨੂੰ ਸੱਦਾ ਹੈ, ਜਿਹੜਾ ਸੰਤ ਸਮਾਜ ਦੇ ਆਗੂ ਨੇ ਉਹਨਾਂ ਨੂੰ ਵੀ ਅਸੀਂ ਸੱਦਾ ਦਿੰਦੇ ਹਾਂ ਵੀ ਇੱਥੇ ਪਹੁੰਚ ਕੇ ਸਾਨੂੰ ਰਾਏ ਦਿਓ, ਸੁਝਾਅ ਦਿਓ ਵੀ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਇੰਨੇ ਦਿਨਾਂ ਦੀ ਬੈਠੇ ਨੇ। ਨਾਲ ਹੀ ਇਕੱਲੀਆਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਟਾਰਗੇਟ ਨਹੀਂ ਇਹ ਕਰਦੇ ਸੰਯੁਕਤ ਮੋਰਚੇ ਵਾਲੇ ਨੇ, ਇਹਨਾਂ ਨੇ ਨਾਲ ਹੀ
ਜਿਹੜੇ ਕਾਰ ਸੇਵਾ ਵਾਲੇ ਬਾਬੇ ਨੇ, ਲੰਗਰ ਵਾਲੇ ਨੇ, ਉਹਨਾਂ 'ਤੇ ਵੀ ਕਈ ਵਾਰੀ ਅਟੈਕ ਕਰਤਾ ਵੀ ਅਸੀਂ ਕਿਹੜਾ ਇਹਨਾਂ ਨੂੰ ਘਰੋਂ ਬੁਲਾਉਣ ਗਏ, ਇਹ ਵੀ ਚਲੇ ਜਾਣ। ਅਤੇ ਮੈਂ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੂੰ ਵੀ ਬੇਨਤੀ ਕਰਦਾ ਕਿ ਇਹ ਸਾਡੇ 'ਤੇ ਇਲਜ਼ਾਮ ਲਾਉਂਦੇ ਨੇ, ਕਾਰ ਸੇਵਾ ਵਾਲਿਆਂ 'ਤੇ ਵੀ ਅਤੇ ਨਿਹੰਗ ਸਿੰਘ ਜਥੇਬੰਦੀਆਂ 'ਤੇ ਵੀ, ਇਹ ਇੱਥੇ ਚਲੋ ਜਾਣ, ਇਹਨਾਂ ਦੀ ਕੋਈ ਲੋੜ ਨਹੀਂ ਹੈ। ਅਸੀਂ ਇੱਥੋਂ ਜਾਣ ਵਾਸਤੇ ਬਿਲਕੁਲ ਤਿਆਰ ਹਾਂ। ਮੈਂ ਪਹਿਲਾਂ ਵੀ ਕਈ ਵਾਰੀ ਸਟੇਜ 'ਤੇ ਬੋਲਿਆ ਵੀ ਇੱਕ ਬੰਦਾ ਇਹਨਾਂ ਦਾ ਆਗੂ ਸੰਯੁਕਤ ਮੋਰਚੇ ਸਟੇਜ ਤੋਂ ਐਲਾਨ ਕਰਦੇ ਵੀ ਨਿਹੰਗ ਸਿੰਘਾਂ ਦੀ ਲੋੜ ਨਹੀਂ, ਚਲੇ ਜਾਂਦੇ ਆ। ਅੱਜ ਜੋ ਸਥਿਤੀ ਬਣੀ ਆ, ਸਾਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ। ਇਹ ਹਿੰਸਕ ਲੋਕ ਨੇ, ਇਹ ਆਏ ਨੇ, ਇਹ ਆਏ ਨਹੀਂ। ਹੁਣ ਤੱਕ ਅਸੀਂ ਕਿੱਡਾ ਕਿ ਇੱਥੇ ਅਪਰਾਧ ਕਰਤਾ। ਅਸੀਂ ਤਾਂ ਇੱਥੇ ਸੇਵਾਵਾਂ ਕਰਦੇ ਹਾਂ। ਜੇ ਅੱਜ ਸਾਡੇ ਗੁਰੂ ਦੀ ਇਸ਼ਟ ਦੀ ਬੇਅਦਬੀ ਹੋਈ ਤਾਂ ਇਹ ਘਟਨਾ ਘਟੀ। ਉਹ ਬੰਦੇ ਕੌਣ ਨੇ ਜਿਨ੍ਹਾਂ ਨੇ ਉਹਨੂੰ ਭੇਜਿਆ, ਇਹਦੀ ਤਫਤੀਸ਼ ਹੋਣੀ ਚਾਹੀਦੀ ਆ। ਅਤੇ 27 ਤਰੀਕ ਨੂੰ ਅਸੀਂ ਇੱਕ ਵੱਡਾ ਇਕੱਠ ਰੱਖ ਰਹੇ ਹਾਂ, ਜਿਹਦੇ ਵਿੱਚ ਸਾਰੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਖ, ਪੰਥਕ ਜਥੇਬੰਦੀਆਂ, ਅਤੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਇੱਥੇ ਪਹੁੰਚੋ। ਇਹ ਮੀਟਿੰਗ ਹੋਵੇਗੀ ਇੱਕ, ਉਹਦੇ ਵਿੱਚ ਸਾਨੂੰ ਸੁਝਾਅ ਦਿਓ ਵੀ ਤੁਸੀਂ ਇੱਥੋਂ ਚਲੇ ਜਾਓ ਜਾਂ ਇੱਥੇ ਤੁਹਾਡਾ ਰਹਿਣਾ ਬਣਦਾ ਹੈ, ਇਹ ਸਾਨੂੰ ਆ ਕੇ ਤੁਸੀਂ ਦੱਸੋ। ਅਤੇ ਜਿਹੜੀਆਂ ਦੇਸ਼ ਵਿਦੇਸ਼ ਦੇ ਵਿੱਚ ਅਮਰੀਕਾ, ਕੈਨੇਡਾ, ਜਰਮਨ, ਫਰਾਂਸ, ਹੋਰ ਦੇਸ਼ਾਂ ਦੀਆਂ ਸੰਗਤਾਂ ਜਿਹੜੀਆਂ ਇੱਥੇ ਸੇਵਾਵਾਂ ਭੇਜਦੀਆਂ ਨੇ, ਉਹਨਾਂ ਨੇ ਸੰਯੁਕਤ ਮੋਰਚੇ ਨੂੰ ਫੰਡ ਵੀ ਭੇਜੇ ਨੇ, ਉਹਨਾਂ ਦੇ ਲੰਗਰ ਵੀ ਲੱਗ ਰਹੇ ਨੇ। ਹੋਰ ਵੀ ਸੇਵਾਵਾਂ ਸਮੇਂ ਸਿਰ ਨਾਲ ਉਹ ਬਾਹਰਲੇ ਜਿਹੜੀਆਂ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਨੇ, ਉੱਥੇ ਦੀਆਂ ਜਥੇਬੰਦੀਆਂ ਨੇ, ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਤੁਸੀਂ ਵੀ 27 ਤਰੀਕ ਤੱਕ ਆਪੋ ਆਪਣੇ ਜਿਹੜੇ ਮੈਸੇਜ ਨੇ, ਜਿਹੜੇ ਤੁਹਾਡੀ ਰਾਏ ਆ, ਉਹ ਸਾਨੂੰ, ਅਸੀਂ ਤੁਹਾਨੂੰ WhatsApp ਨੰਬਰ ਦੇਵਾਂਗੇ, ਮੋਬਾਈਲ ਨੰਬਰ ਦੇਵਾਂਗੇ, ਉਹਦੇ ਉੱਤੇ ਈਮੇਲ ਕਰੋ। ਤੁਹਾਡਾ ਜਿਹੜਾ ਸੁਨੇਹਾ ਉਹ ਸਾਡੇ ਤੱਕ ਪਹੁੰਚਦਾ ਹੋਵੇ ਵੀ ਨਿਹੰਗ ਸਿੰਘ ਜਿਹੜੀਆਂ ਜਥੇਬੰਦੀਆਂ ਨੇ ਉਹ ਇੱਥੋਂ ਚਲੀਆਂ ਜਾਣ। ਜੇ ਸਾਰੇ ਤੁਸੀਂ ਇਕੱਤਰ ਹੋ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ, ਇੱਥੋਂ ਦੀਆਂ ਪੰਥਕ ਧਿਰਾਂ, ਕਿਸਾਨ ਜਥੇਬੰਦੀਆਂ, ਸਾਨੂੰ ਤੁਸੀਂ ਕਹੋਗੇ ਵੀ ਤੁਸੀਂ ਨਿਹੰਗ ਸਿੰਘ ਹੁਣ ਇੱਥੋਂ ਚਲੇ ਜਾਵੋ, ਤਾਂ ਅਸੀਂ ਉਸੇ ਟਾਈਮ ਸਾਰੇ ਦਲ ਪੰਥ ਇੱਥੋਂ ਸਿੰਘੂ ਬਾਰਡਰ ਛੱਡ ਕੇ ਆਪੋ ਆਪਣੀ ਜਿੰਨੀ ਸੇਵਾ ਸਾਡੀ ਮਨਜ਼ੂਰ ਕਰ ਲਿਓ, ਅਸੀਂ ਪੰਜਾਬ ਨੂੰ ਚਾਲਾ ਭਰ ਦਾਂਗੇ, ਆਪੋ ਆਪਣੇ ਪੜਾਵਾਂ ਨੂੰ ਚਲੇ ਜਾਵਾਂਗੇ। ਅਤੇ ਬਾਕੀ ਜੇ ਸਾਨੂੰ ਇੱਥੇ ਤੁਸੀਂ ਕਹੋਗੇ ਇੱਥੇ ਬੈਠ ਕੇ ਸੇਵਾ ਕਰੋ, ਜਿੰਨਾ ਚਿਰ ਇਹ ਮੋਰਚਾ ਹੱਲ ਨਹੀਂ ਹੁੰਦਾ ਤੁਸੀਂ ਇੱਥੇ ਬੈਠੇ ਰਹੋ, ਤਾਂ ਅਸੀਂ ਇੱਥੇ ਡਟੇ ਰਹਾਂਗੇ। ਅਸੀਂ ਤਾਂ ਵੈਸੇ ਇਹ ਗੱਲ ਹੁਣ ਤੱਕ ਕਹਿੰਦੇ ਆਏ ਹਾਂ ਅਤੇ ਕਹਿ ਰਹੇ ਹਾਂ ਵੀ ਜਿੰਨਾ ਚਿਰ ਮੋਰਚਾ ਹੱਲ ਨਹੀਂ ਹੁੰਦਾ, ਨਿਹੰਗ ਸਿੰਘ ਜਥੇਬੰਦੀਆਂ ਇਸੇ ਤਰ੍ਹਾਂ ਡਟੀਆਂ ਰਹਿਣਗੀਆਂ। 27 ਤਰੀਕ ਨੂੰ ਸਾਰੀਆਂ ਜਥੇਬੰਦੀਆਂ ਦੁਬਾਰਾ ਫੇਰ ਸੁਣ ਲਓ, ਕਿਸਾਨ ਜਥੇਬੰਦੀਆਂ, ਧਾਰਮਿਕ ਜਿਹੜੀਆਂ ਆਪਣੇ ਪੰਥਕ ਜਥੇਬੰਦੀਆਂ ਨੇ, ਉਹ ਕਾਰ ਸੇਵਾ ਵਾਲੇ ਮਹਾਂਪੁਰਖ, ਤੁਹਾਡੇ 'ਤੇ ਵੀ ਅਟੈਕ ਕੀਤਾ ਗਿਆ ਇਹਨਾਂ ਦਾ, ਅਤੇ ਹੋਰ ਜਿੰਨੀਆਂ ਜਥੇਬੰਦੀਆਂ ਨੇ, ਦੇਸ਼ ਵਿਦੇਸ਼ ਦੀਆਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਉੱਥੋਂ ਦੀਆਂ ਜਥੇਬੰਦੀਆਂ ਨੇ, ਉਹ ਈਮੇਲ ਰਾਹੀਂ ਜਾਂ WhatsApp ਰਾਹੀਂ ਆਪਣਾ ਸੁਨੇਹਾ ਸਾਡੇ ਤੱਕ ਪਹੁੰਚਦਾ ਕਰੋ। ਅਤੇ ਸਾਡਾ ਨੰਬਰ ਨੋਟ ਕਰ ਲਿਓ 98-152 64-704, 98-152 64-704 ਇਹ ਨੰਬਰ ਆ। ਇਹ ਬਾਬਾ ਜੀ ਵੀ ਦੱਸਣਗੇ ਆਪੋ ਆਪਣਾ ਨੰਬਰ। WhatsApp ਨੇ ਇਹ ਸਾਡੇ, ਅਤੇ WhatsApp ਵੀ ਚੱਲਦਾ। ਤੁਸੀਂ ਜਿਹੜੀ ਹੋਰ ਕੋਈ ਜਾਣਕਾਰੀ ਆ ਤੁਸੀਂ ਇਹਦੇ ਉੱਤੇ ਜਾਣਕਾਰੀ ਵੀ ਲੈ ਸਕਦੇ ਹੋ। ਅਤੇ ਜਿਹੜਾ ਤੁਹਾਡਾ ਸੁਝਾਅ, ਜਿਹੜਾ ਤੁਸੀਂ ਸਾਨੂੰ ਸੁਨੇਹਾ ਦੇਣਾ, ਇੱਥੇ ਰਾਏ ਦੇਣੀ ਹੈ, ਤੁਸੀਂ ਆ ਨਹੀਂ ਸਕਦੇ ਕਿਉਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋ, ਆਪਣੀਆਂ ਸੇਵਾਵਾਂ ਕਰ ਰਹੇ ਹੋ, ਤੁਸੀਂ ਉਹ ਆਪਣਾ ਸੁਨੇਹਾ, ਸਾਡੇ ਪ੍ਰਤੀ ਤੁਹਾਡਾ ਸੁਨੇਹਾ ਕੀ ਆ ਇੱਥੋਂ ਜਾਣ ਦਾ ਜਾਂ ਇੱਥੇ ਸਾਨੂੰ ਡਟਣ ਦਾ, ਉਹ ਤੁਸੀਂ ਦੱਸਣਾ। ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੇ, ਅਤੇ ਜਿਹੜੀਆਂ ਪੰਜਾਬ ਦੀਆਂ ਪੰਥਕ ਧਿਰਾਂ ਨੇ ਉਹ ਪਹੁੰਚਣ, ਭਾਰਤ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਸਾਨੂੰ ਪਹੁੰਚ ਕੇ ਇੱਥੇ ਕਹਿਣ ਸਾਰੀਆਂ ਵੀ ਤੁਸੀਂ ਇੱਥੇ ਸੇਵਾ ਕਰੋ ਜਾਂ ਇੱਥੋਂ ਚਲੇ ਜਾਓ। ਅਸੀਂ ਸੰਗਤ ਦਾ ਜਿਹੜਾ ਹੁਕਮ ਆ ਉਹ ਸੱਤ ਕਰਕੇ ਮੰਨਾਂਗੇ। ਇਹ ਅਸੀਂ ਇਹ ਬੇਨਤੀ ਕਰਨ ਵਾਸਤੇ ਅੱਜ ਪ੍ਰੈਸ ਕਾਨਫਰੰਸ ਕਰੀ ਆ। ਨਾਲ ਹੀ ਇਹ ਜਿਹੜਾ ਬੇਅਦਬੀ ਦਾ ਮੁੱਦਾ, ਦੇਖੋ ਸਭ ਤੋਂ ਪਹਿਲਾਂ ਸਾਨੂੰ ਗੁਰੂ ਪਿਆਰਾ ਸਾਡਾ, ਜ਼ਮੀਨਾਂ ਤਾਂ ਬਾਅਦ 'ਚ ਨੇ। ਜੇ ਸਾਡੇ ਕੋਈ ਗੁਰੂ ਦੀ ਇਸ਼ਟ ਦੀ ਬੇਅਦਬੀ ਕਰਦਾ, ਉਹ ਕਥਾਚਿਤ ਵੀ ਬਰਦਾਸ਼ਤ ਨਹੀਂ ਕੀਤੀ ਜਾਊ। ਅੱਜ ਰੌਲਾ ਪਿਆ ਹੋਇਆ, ਉੱਥੇ ਦਲਿਤ ਮਾਰਤਾ, ਅਤੇ ਗੁਰੂ ਦੀ ਕੋਈ ਗੱਲ ਹੀ ਨਹੀਂ ਕਰਦਾ। ਆ ਹੁਣੇ ਡੇਲੀ ਪੋਸਟ 'ਤੇ ਇੱਕ ਹੋਰ ਵੀ ਵੀਡੀਓ ਬਹੁਤ ਚੱਲੀ ਹੈ, ਵਾਇਰਲ ਹੋ ਰਹੀ ਹੈ। ਇੱਕ ਫੌਜੀ ਵੀਰ ਇੱਕ ਠੋਕ ਕੇ ਨਿਹੰਗ ਸਿੰਘਾਂ ਦੇ ਹੱਕ ਦੇ ਵਿੱਚ ਆਇਆ। ਉਹ ਕਹਿ ਰਿਹਾ ਵੀ ਜਦੋਂ ਦਾ ਮੋਰਚਾ ਲੱਗਿਆ, ਨਿਹੰਗ ਸਿੰਘਾਂ ਨੇ ਹੁਣ ਤੱਕ ਜਿੰਨੀਆਂ ਵੀ ਸੇਵਾਵਾਂ ਦਿੱਤੀਆਂ ਨੇ, ਉੱਥੇ RSS ਆਈ, ਉੱਥੇ BJP ਆਈ, ਮੂੰਹ ਤੋੜਵਾਂ ਜਵਾਬ ਦਿੱਤਾ, ਮੂਹਰੇ ਹਿੱਕ ਡਾਹ ਕੇ ਕਿਸਾਨਾਂ ਦੇ ਅੱਗੇ ਖੜ੍ਹਦੇ ਰਹੇ। ਅੱਜ ਤੁਸੀਂ ਉਹਨਾਂ ਨੂੰ ਕਹਿੰਦਾ ਚਲੇ ਜਾਓ, ਇਹ ਬਹੁਤ ਮਾੜੀ ਗੱਲ ਆ। ਉੱਥੇ ਗੁਰੂ ਸਾਹਿਬ ਦੀ ਇਸ਼ਟ ਦੀ ਬੇਅਦਬੀ ਹੈ। ਗੁਰੂ ਸਾਹਿਬ ਦੇ
ਬੇਅਦਬੀ ਦਾ ਕੋਈ ਨਾਂ ਨਹੀਂ ਲੈ ਰਿਹਾ, ਬਸ ਇੱਕੋ ਹੀ ਗੱਲ ਕਰੀ ਜਾ ਰਹੇ ਨੇ ਉੱਥੇ ਵੀ ਉੱਥੇ ਦਲਿਤ ਮਾਰਤਾ, ਉੱਥੇ ਦਲਿਤ ਮਾਰਤਾ। ਮੈਂ ਸਾਰਿਆਂ ਨੂੰ ਇਹ ਕਲੀਅਰ ਕਰਨਾ ਚਾਹੁੰਦਾ ਵੀ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਂ ਕੋਈ ਵੀ ਗ੍ਰੰਥ ਹੈ, ਰਮਾਇਣ ਹੈ, ਗੁਰੂ ਗ੍ਰੰਥ ਸਾਹਿਬ ਹੈ, ਬਾਈਬਲ ਹੈ, ਕੁਰਾਨ ਹੈ, ਸਾਨੂੰ ਸਾਰੇ ਸਤਿਕਾਰਯੋਗ ਨੇ। ਜੋ ਵੀ ਇਹਨਾਂ ਦੀ ਬੇਅਦਬੀ ਕਰਦਾ ਉਹ ਨਾ ਤਾਂ ਕਿਸੇ ਕੌਮ ਦਾ ਹੋ ਸਕਦਾ, ਨਾ ਕਿਸੇ ਜਾਤ ਦਾ ਹੋ ਸਕਦਾ। ਮੈਂ ਕਹਿੰਦਾ ਉਹ ਇਨਸਾਨ ਹੀ ਨਹੀਂ, ਉਹ ਇੱਕ ਹੈਵਾਨ ਹੈ ਜਿਹੜੇ ਇਹੋ ਜਿਹੇ ਘਿਨਾਉਣੇ ਕੰਮ ਕਰਦਾ। ਅਤੇ ਜਿਹੜੇ ਲੋਕ ਉਹਨਾਂ ਲੋਕਾਂ ਤੋਂ ਇਹ ਕਾਂਡ ਕਰਵਾ ਰਹੇ ਨੇ ਉਹਨਾਂ ਦੇ ਚਿਹਰੇ ਮੂਹਰੇ ਨੰਗੇ ਹੋਣੇ ਚਾਹੀਦੇ ਨੇ। ਹੁਣ ਅੱਜ ਬਹੁਤਾ ਰੌਲਾ ਪੈ ਰਿਹਾ ਵੀ ਉਹਨੂੰ ਨਜਾਇਜ਼ ਮਾਰਿਆ ਗਿਆ। ਮੈਂ ਪੁੱਛਣਾ ਚਾਹੁੰਦਾ ਉਹਨਾਂ ਵੀਰਾਂ ਨੂੰ ਜਿਹੜੇ ਇਹ ਰੌਲਾ ਪਾ ਰਹੇ ਨੇ ਅਤੇ ਇਹ ਕਹਿ ਰਹੇ ਨੇ ਉਹ ਗਰੀਬ ਮਾਰਤਾ, ਇਹਨਾਂ 'ਤੇ ਹੋਰ ਕਿਸੇ ਦੇ ਵੱਸ ਨਹੀਂ ਚੱਲਦਾ। ਵੀ ਦੇਖੋ ਇਹਦੇ ਵਿੱਚ ਗਰੀਬ ਅਤੇ ਅਮੀਰ ਦਾ ਕੀ ਆ? ਇੱਥੇ ਗਰੀਬ ਅਤੇ ਅਮੀਰ ਦੀ ਗੱਲ ਨਹੀਂ, ਇੱਥੇ ਗੁਰੂ ਦੀ ਇਸ਼ਟ ਦੀ ਗੱਲ ਹੈ। ਇੱਥੇ ਸਾਡੇ ਵੱਡੇ ਮਹਾਂਪੁਰਖਾਂ ਦੀ, ਗੁਰੂਆਂ ਪੀਰਾਂ ਦੀ ਗੱਲ ਹੈ। ਇੱਥੇ ਰਮਾਇਣ ਦੀ ਗੱਲ ਹੈ, ਇੱਥੇ ਬਾਈਬਲ ਦੀ ਗੱਲ ਹੈ, ਇੱਥੇ ਕੁਰਾਨ ਦੀ ਗੱਲ ਹੈ, ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀ ਗੱਲ ਆ। ਜਾਂ ਕਿਸੇ ਸਤਿਕਾਰਯੋਗ ਜਿਵੇਂ ਡਾਕਟਰ ਭੀਮ ਰਾਓ ਦਾ ਅੰਬੇਡਕਰ ਦਾ ਬੁੱਤ ਭੰਨਿਆ ਜਾਣਾ, ਜਾਂ ਭਗਤ ਰਵਿਦਾਸ ਦੇ ਬੁੱਤ ਨਾਲ ਛੇੜਛਾੜ ਕਰਨੀ, ਇਹ ਵੀ ਉਹ ਵੱਡੇ ਰਹਿਬਰ ਨੇ, ਉਹਨਾਂ ਨਾਲ ਵੀ ਇਹ ਬਹੁਤ ਵੱਡਾ ਗਲਤ ਹੈ। ਜੇ ਕੋਈ ਉਹਨਾਂ ਨੂੰ ਤੋੜਦਾ ਉਹ ਇਨਸਾਨ ਨੇ, ਉਹ ਸਤਿਕਾਰਯੋਗ ਨੇ। ਸਾਰੇ ਧਰਮ ਸਤਿਕਾਰਯੋਗ ਨੇ, ਕਿਸੇ ਵੀ ਧਰਮ ਦੀ ਨਹੀਂ ਬੇਅਦਬੀ ਹੋਣੀ ਚਾਹੀਦੀ। ਪਰ ਇੱਥੇ ਉਹ ਸ਼ਖਸ ਨੂੰ ਜਦੋਂ ਉਹਦੀ ਭੈਣ ਦੇ ਬਿਆਨ ਸੁਣਦੇ ਆ, ਪਿੰਡੋਂ ਬਿਆਨ ਆਉਂਦੇ ਨੇ ਵੀ ਉਹਦੇ ਕੋਲ ਉਹਨੂੰ ਰਾਹ ਦਾ ਨਹੀਂ ਪਤਾ ਸੀ, ਉਹ 20 ਕਿਲੋਮੀਟਰ ਨਹੀਂ ਜਾ ਸਕਦਾ, ਸਿੰਘੂ ਬਾਰਡਰ 'ਤੇ ਕਿਵੇਂ ਪਹੁੰਚ ਗਿਆ। ਅਤੇ ਉਹਦੀ ਭੈਣ ਦਾ ਇਹ ਵੀ ਇੱਕ ਮਹੱਤਵਪੂਰਨ ਬਿਆਨ ਆ ਵੀ ਉਹ ਘੰਟਿਆਂ ਬੱਧੀ ਕਾਫੀ ਲੰਮਾ ਸਮਾਂ ਜਦੋਂ ਗੱਲ ਕਰਦੇ ਸਾਨੂੰ ਬਾਹਰੇ ਕੱਢ ਦਿੰਦਾ ਸੀ। ਕੋਈ ਸੰਧੂ ਨਾਮ ਦਾ ਵਿਅਕਤੀ ਸੀ ਜਿਹੜਾ ਉਹਦੇ ਨਾਲ ਗੱਲ ਕਰਦਾ ਸੀ, ਉਸ ਤੋਂ ਬਾਅਦ ਉਹ ਸਾਨੂੰ ਦੱਸਦਾ ਹੁੰਦਾ ਸੀ ਆਪਦੀ ਭੈਣ ਨੂੰ ਵੀ ਮੇਰੀ ਤਹਾਂ ਤੱਕ ਗੱਲ ਹੋ ਗਈ। ਉਹ ਕੌਣ ਲੋਕ ਨੇ, ਕਿਹੜੇ ਤਹਾਂ ਵਾਲੇ ਨੇ, ਕੌਣ ਸੰਧੂ ਆ, ਇਹ ਸਾਰੀ ਜਿਹੜੀ ਸੱਚਾਈ ਹੈ, ਕੌਣ ਭੇਜਣ ਵਾਲਾ ਇੱਥੇ ਉਹਨੂੰ, ਕੌਣ ਕਰਵਾਉਣ ਵਾਲਾ, ਇਹ ਸਾਰੀ ਸੱਚਾਈ ਹੈ ਜਿਹੜੀ ਇਹ ਸਾਹਮਣੇ ਆਉਣੀ ਚਾਹੀਦੀ। ਗੱਲ ਇਹ ਮੋਰਚੇ ਨੂੰ ਕਰਨੀ ਚਾਹੀਦੀ ਸੀ। ਮੋਰਚੇ ਨੇ ਨਿਹੰਗ ਸਿੰਘਾਂ 'ਤੇ ਤਵਾ ਲਾਤਾ ਵੀ ਇਹ ਚਲੇ ਜਾਣ। ਦੇਖੋ ਅਸੀਂ ਸੰਗਤ ਨੂੰ ਫਿਰ ਦੁਬਾਰਾ ਬੇਨਤੀ ਕਰਦੇ ਹਾਂ, ਇਹੋ ਜਿਹੀਆਂ ਜਿਹੜੀਆਂ ਕਾਰਵਾਈਆਂ ਨੇ ਇਹ ਸਾਡੀ ਕੋਈ ਉਹਦੇ ਨਾਲ ਜਾਤੀ ਦੁਸ਼ਮਣ ਨਹੀਂ ਸੀ, ਸਾਡਾ ਉਹਦੇ ਨਾਲ ਕੋਈ ਵੈਰ ਨਹੀਂ ਸੀ। ਪਹਿਲੀ ਗੱਲ ਤਾਂ ਉਹ ਅਸੀਂ ਉਹਦੇ ਘਰੇ ਉਹਨੂੰ ਮਾਰਨ ਨਹੀਂ ਗਏ। ਜਿਹੜੇ ਨਿਹੰਗ ਸਿੰਘ ਸੀਗੇ ਉਹ ਚੱਲ ਕੇ ਸਾਡੇ ਕੋਲ ਇੱਥੇ ਸਾਡੇ ਖੇਮੇ ਦੇ ਵਿੱਚ ਸਾਡੇ ਉਸੇ ਸਥਾਨ 'ਤੇ ਆਇਆ। ਜੇ ਉਹ ਆਇਆ ਉਹਨੇ ਬੇਅਦਬੀ ਕੀਤੀ ਤਾਂ ਮਾਰਿਆ। ਅੱਜ ਕਈ ਲੋਕ ਕਹਿ ਰਹੇ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾ, ਕੰਨ ਖੋਲ੍ਹ ਕੇ ਸੁਣ ਲਏ, ਉਹਦਾ ਬਿਆਨ ਆ ਵੀ ਕਦੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ, ਕਦੇ ਕਾਸੇ ਦੀ। ਮੈਂ ਦੱਸਣਾ ਚਾਹੁੰਦਾ ਸੰਗਤਾਂ ਨੂੰ, ਹਰੇਕ ਜਗ੍ਹਾ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਪ੍ਰਕਾਸ਼ ਹੁੰਦਾ, ਪਰ ਨਿਹੰਗ ਸਿੰਘ ਜਿਹੜੀਆਂ ਫੌਜਾਂ ਨੇ ਉਹ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਉੱਥੇ ਨਾਲ ਹੀ ਦਸਮ ਗ੍ਰੰਥ ਦਾ ਪ੍ਰਕਾਸ਼ ਕਰਦੇ ਨੇ, ਨਾਲ ਹੀ ਜਿਹੜਾ ਆਪਣੇ ਸਰਬਲੋ ਗ੍ਰੰਥ ਦਾ ਉਹਦਾ ਪ੍ਰਕਾਸ਼ ਕੀਤਾ ਜਾਂਦਾ। ਉਹ ਜਦੋਂ ਪਾਲਕੀ ਦੇ ਵਿੱਚ ਬੰਦਾ ਵੜਿਆ ਉਹਨੇ ਰੁਮਾਲੇ ਲਾਹੇ, ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ ਹੋਇਆ, ਰੁਮਾਲੇ ਲਾ ਕੇ ਛਿੱਟੇ, ਉਹਨਾਂ ਵਿੱਚੋਂ ਜਿਹੜਾ ਸਰਬਲੋ ਗ੍ਰੰਥ ਆ ਉਹ ਚੱਕ ਕੇ ਲੈ ਗਿਆ ਸੀਗਾ ਬਾਹਰੇ। ਇਹ ਵੀ ਬੇਹੱਦ ਵੱਡੀ ਬੇਅਦਬੀ ਹੈ। ਉਹ ਵੀ ਗੁਰਬਾਣੀ ਹੈ, ਤੁਸੀਂ ਉਹਨੂੰ ਗੁਰੂ ਨਹੀਂ ਮੰਨਦੇ, ਤੁਸੀਂ ਉਹਨੂੰ ਸਤਿਕਾਰ ਨਹੀਂ ਦਿੰਦੇ। ਤੁਸੀਂ ਨਹੀਂ ਮੰਨਣਾ, ਤੁਹਾਡੀ ਮਰਜ਼ੀ ਹੈ, ਪਰ ਅਸੀਂ ਮੰਨਦੇ ਹਾਂ। ਉਹ ਗੁਰੂ ਸਾਹਿਬ ਦੀ ਬਾਣੀ ਹੈ, ਦਸਵਾਂ ਗ੍ਰੰਥ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਹੈ। ਜੇ ਤੁਸੀਂ ਨਹੀਂ ਮੰਨਦੇ, ਅਸੀਂ ਮੰਨਦੇ ਹਾਂ, ਅਸੀਂ ਉਹ ਤੋਂ ਮੁਨਕਰ ਨਹੀਂ ਹੋ ਸਕਦੇ। ਇਸ ਕਰਕੇ ਬੇਅਦਬੀ ਕਿਸੇ ਚੀਜ਼ ਦੀ ਵੀ ਉਹਨੇ ਕਰੀ ਹੈ ਤਾਂ ਬੇਅਦਬੀ ਨਾ। ਗੁਰੂ ਸਾਹਿਬ ਦਾ ਉਹ ਲੈ ਕੇ ਗਿਆ ਸਰੂਪ ਉੱਥੇ ਸਰਬਲੋ ਗ੍ਰੰਥ ਦਾ, ਤਾਂ ਹੀ ਸਿੰਘਾਂ ਨੇ ਤੈਸ਼ ਦੇ ਵਿੱਚ ਆ ਕੇ, ਗੁੱਸੇ ਦੇ ਵਿੱਚ ਆ ਕੇ ਉਹਦਾ ਇਹ ਹਾਲ ਕੀਤਾ। ਜੇ ਨਾ ਲੈ ਕੇ ਜਾਂਦਾ ਕਾਹਨੂੰ ਕਰਦੇ, ਕਦੇ ਕੁਛ ਕਹਿੰਦੇ ਨੇ। ਇਹੋ ਜਿਹੜੇ ਲੋਕ ਨੇ ਇਹ ਸਾਨੂੰ ਹੀ ਭੰਡਣ ਲੱਗੇ ਹੋਏ ਨੇ। ਜਾਂ ਸਾਡੇ ਨਾਲ ਬਹਿ ਕੇ, ਮੈਂ ਕਹਿਣਾ ਜਿਹੜਾ ਕੋਈ ਚਰਚਾ ਜਿੱਥੇ ਮਰਜ਼ੀ ਬਹਿ ਕੇ ਲਾਈਵ ਕਰ ਲਓ, ਕੋਈ ਅਸੀਂ ਉਹਦਾ ਸਵਾਲ ਦਾ ਜਵਾਬ ਦੇਵਾਂਗੇ। ਐਵੇਂ ਟੈਲੀਫੋਨਾਂ ਦੇ ਉੱਤੇ ਕਮੈਂਟਾਂ ਦੇ ਵਿੱਚ ਭਕਾਈ ਨਾ ਮਾਰੋ, ਇਹ ਗਲਤ ਆ। ਮੇਰਾ ਨੰਬਰ ਨੋਟ ਕਰ ਲਓ, ਪਹਿਲਾਂ ਵੀ ਲਿਖਾਇਆ 9815 64704। ਬਾਬਾ ਜੀ ਹੁਣੀ ਆਪਦਾ ਨੰਬਰ ਦੱਸ ਦੇਣਗੇ, ਜਿੱਥੇ ਮਰਜ਼ੀ ਸਾਨੂੰ ਯਾਦ ਕਰ ਲਿਓ, ਜਿੱਥੇ ਮਰਜ਼ੀ ਸਾਨੂੰ ਬਹਿ ਕੇ ਡਿਬੇਟ ਕਰ ਲਓ। ਅਸੀਂ ਹਰੇਕ ਗੱਲ ਦਾ ਜਵਾਬ ਦੇਣ ਨੂੰ ਤਿਆਰ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੁਪਰੀਮ ਕੋਰਟ ਨੇ ਜੀਵਤ ਗੁਰੂ ਦਾ ਦਰਜਾ ਦਿੱਤਾ ਹੈ, ਅਤੇ ਸੁਪਰੀਮ ਕੋਰਟ ਦਾ ਇਹ ਵੀ ਆਰਡਰ ਹੈ, ਇਹ ਵੀ ਬਿਆਨ ਦਿੱਤਾ ਸੁਪਰੀਮ ਕੋਰਟ ਨੇ, ਜੇ ਕਿਸੇ ਪਰਿਵਾਰ ਦੇ ਉੱਤੇ ਕੋਈ ਦੁਵਿਧਾ ਪੈਂਦੀ ਆ, ਉਹਨੂੰ ਮਾਰਨ ਪੈਂਦਾ ਵਾ, ਤਾਂ ਫਿਰ ਜਿਹੜਾ ਘਰ ਦਾ ਮੁਖੀ ਆ, ਜ਼ਿੰਮੇਦਾਰ ਵਿਅਕਤੀ ਆ, ਉਹ ਜਿਹੜਾ ਕਾਨੂੰਨ ਆਪਦੇ ਹੱਥ ਦੇ ਵਿੱਚ ਲੈ ਸਕਦਾ, ਆਪਦੀ ਹਿਫਾਜ਼ਤ, ਆਪਦੇ ਪਰਿਵਾਰ ਦੀ ਹਿਫਾਜ਼ਤ ਕਰ ਸਕਦਾ। ਇਸ ਕਰਕੇ ਇਹ ਤਾਂ ਸਾਰੇ ਫੈਸਲੇ ਤੁਰੰਤ ਲੈਣੇ ਪਏ, ਨਹੀਂ ਤਾਂ ਸਾਨੂੰ ਕੀ ਲੋੜ ਸੀ ਇੱਥੇ ਬੈਠੇ ਹਾਂ। ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਕਰਦਾ
ਇਹੋ ਜਿਹੀਆਂ ਘਿਨਾਉਣੀਆਂ ਕਰਤੂਤਾਂ ਕਰਦਾ। ਫਿਰ ਤਾਂ ਉਹਦੇ ਜਿਹੜੇ ਨਿਹੰਗ ਸਿੰਘ ਨੇ ਫਿਰ ਕਹਿੰਦੇ ਨੇ ਵੀ ਉਹ ਕਮਲਾ ਸੀ। ਜਿੰਨੇ ਵੀ ਬੇਅਦਬੀਆਂ ਵਾਲੇ ਹੁਣ ਤੱਕ ਫੜੇ ਨੇ, ਕਿੰਨੀਆਂ ਬੇਅਦਬੀਆਂ 5-7 ਸਾਲਾਂ ਦੇ, ਸਭ ਨੂੰ ਉਹਨਾਂ ਨੇ, ਗੌਰਮੈਂਟ ਨੇ, ਅਦਾਲਤਾਂ ਨੇ, ਪੁਲਿਸ ਨੇ ਉਹਨਾਂ 'ਤੇ ਮੈਂਟਲ ਦੇ ਟੈਗ ਲਾਤੇ ਆ। ਅਤੇ ਅੱਜ ਜੇ ਸਿੰਘਾਂ ਨੇ ਸੋਧਤਾ, ਫਿਰ ਜੇ ਮੈਂਟਲਾਂ ਨੇ ਮੈਂਟਲ ਸੋਧਤਾ, ਫਿਰ ਹੁਣ ਹੋ ਕੀ ਗਿਆ? ਫਿਰ ਸਿੰਘ ਭੱਜੇ ਨਹੀਂ, ਇਹ ਮੁੱਕਰੇ ਨਹੀਂ ਹੈਗੇ ਵੀ ਡਰ ਕੇ ਭੱਜ ਗਏ। ਉਹਨਾਂ ਨੇ ਗ੍ਰਿਫਤਾਰੀਆਂ ਹਾਸਿਆਂ ਨੇ ਦਿੱਤੀਆਂ ਵੀ ਜੇ ਸਾਡੇ ਗੁਰੂ ਦੀ ਬੇਅਦਬੀ ਕੀਤੀ ਆ ਤਾਂ ਅਸੀਂ ਗ੍ਰਿਫਤਾਰੀਆਂ ਦਿੰਦੇ ਹਾਂ। ਅਸੀਂ ਕੋਈ ਗੁਨਾਹ ਨਹੀਂ ਕੀਤਾ, ਅਸੀਂ ਜੋ ਕੁਛ ਕੀਤਾ ਆਪਦੀ ਸਮਝ ਦੇ ਨਾਲ ਠੀਕ ਕੀਤਾ, ਜੋ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਕਰਤਾ। ਪਰ ਹੁਣ ਜਿਹੜੇ ਲੋਕ ਨੇ ਇਸ ਮੁੱਦੇ ਨੂੰ ਬਵਾਲ ਬਣਾ ਰਹੇ ਨੇ ਦਲਿਤਾਂ ਦਾ, ਉਹਨੂੰ ਸਮੇਟਣਾ ਚਾਹੀਦਾ। ਜਦੋਂ ਮਾਰੀ ਸਾਡੇ ਨਾਲ ਗੱਲਬਾਤ ਕਰੇ, ਹੁਣ ਵੀ ਸਾਡੇ ਨਾਲ ਗੱਲਾਂ ਹੋਈਆਂ ਨੇ। ਇਹ ਮੇਰੀਆਂ ਬੇਨਤੀਆਂ ਨੇ, ਇਹ ਸੰਗਤ ਮਨਜ਼ੂਰ ਕਰੇ ਵੀ 27 ਤਰੀਕ ਨੂੰ ਦੁਬਾਰਾ ਫਿਰ ਇੱਕ ਵਾਰੀ ਮੈਂ ਦੱਸ ਦਿੰਦਾ, ਇੱਕ ਪੰਥਕ ਇਕੱਠ ਇੱਥੇ ਰੱਖਿਆ ਗਿਆ, ਜਿਹਦੇ ਵਿੱਚ ਪੰਥਕ 13 ਕਿਸਾਨ ਜਥੇਬੰਦੀਆਂ, ਕਾਰ ਸੇਵਾ ਵਾਲੇ ਮਹਾਂਪੁਰਖ, ਹੋਰ ਜਿਹੜੀਆਂ ਜਥੇਬੰਦੀਆਂ ਨੇ ਦੇਸ਼ ਵਿਦੇਸ਼ ਦੀਆਂ, ਉਹ ਵੀ ਸਾਨੂੰ 27 ਤਰੀਕ ਤੱਕ ਈਮੇਲ ਰਾਹੀਂ, ਵਟਸਐਪ ਰਾਹੀਂ ਆਪੋ ਆਪਣੇ ਜਿਹੜੀ ਹੈਗੀ ਉਹ ਰਾਏ ਦੇਣ। ਅਤੇ ਪੰਥਕ ਧਿਰਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਕਾਰ ਸੇਵਾ ਵਾਲੇ ਮਹਾਂਪੁਰਖ ਨੇ, ਸੰਤ ਸਮਾਜ ਆ, ਉਹ 27 ਤਰੀਕ ਨੂੰ ਸਮਾਂ ਅਸੀਂ ਰੱਖਿਆ 2 ਵਜੇ ਦਾ। 2 ਵਜੇ 27 ਤਰੀਕ ਨੂੰ ਮੀਟਿੰਗ ਹੋਊਗੀ। ਉਹ ਸਾਰੇ ਇੱਥੇ ਪਹੁੰਚ ਕੇ ਆਪਾਂ ਮੀਟਿੰਗ ਦੇ ਵਿੱਚ ਭਾਗ ਲਵਾਂਗੇ। ਇੱਕ ਤਾਂ ਨਿਹੰਗ ਸਿੰਘਾਂ ਦੇ ਇੱਥੋਂ ਜਾਣ ਬਾਰੇ ਜਾਂ ਰਹਿਣ ਬਾਰੇ ਇਹ ਮੁੱਦਾ, ਦੂਸਰਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜਿਹੜਾ ਬੇਅਦਬੀ ਹੋਈ ਆ ਉਹਦੇ ਉੱਤੇ ਵੀ ਚਰਚਾ ਹੋਊਗੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਹੁਣ ਬਾਬਾ ਜੀ ਆਪ ਜੀ ਨਾਲ ਗੱਲਬਾਤ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਸਾਰੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਭਰਾ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ 'ਚ, ਪੰਜਾਬ, ਹਰਿਆਣਾ, ਪੂਰੇ ਭਾਰਤ 'ਚ, ਤੁਹਾਨੂੰ ਸਾਰਿਆਂ ਨੂੰ ਬੜਾ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 2 ਦਿਨ ਪਹਿਲੋਂ ਸਿੰਘੂ ਬਾਰਡਰ 'ਤੇ ਹੋਈ, ਇਹ ਬੇਅਦਬੀ ਦਾ ਮੁੱਦਾ ਪਰਸੋਂ ਦਾ ਨਹੀਂਗਾ, ਇਹ ਸਨ 15 ਦਾ ਚੱਲਦਾ ਆ ਰਿਹਾ। ਜਿੱਥੇ ਵੀ ਬੇਅਦਬੀ ਹੁੰਦੀ ਆ ਉੱਥੇ ਸਰਕਾਰ ਇੱਕੋ ਟੈਕ ਲਾ ਦਿੰਦੀ ਏ ਵੀ ਇਹ ਬੰਦਾ ਪਾਗਲ ਸੀਗਾ, ਇਹ ਬੰਦਾ ਬੇਵਕੂਫ ਸੀਗਾ ਜੀ, ਇਹਨੇ ਬੇਅਦਬੀ ਕੀਤੀ। ਹੁਣ ਜੋਲਾ ਪਿੰਡ 'ਚ ਇੱਕ ਬੀਬੀ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਤੇਲ ਪਾ ਕੇ ਸਾੜ ਦਿੱਤਾ ਗਿਆ, ਉਹਨੂੰ ਵੀ ਕਹਿਤਾ ਪਾਗਲ ਏ। ਅੱਜ ਤੋਂ 20 ਦਿਨ ਪਹਿਲਾਂ ਆਨੰਦਪੁਰ ਸਾਹਿਬ ਤਖਤ ਕੇਸਗੜ੍ਹ ਸਾਹਿਬ 'ਤੇ ਤਖਤ ਦੇ ਉੱਤੇ ਇੱਕ ਬੇਅਦਬੀ ਕੀਤੀ ਗਈ, ਤਖਤ 'ਤੇ, ਉਹ ਵੀ ਕਹਿਤਾ ਵੀ ਇਹ ਪਾਗਲ ਏ ਬੰਦਾ। ਵੀ ਸਨ 15 ਤੋਂ ਬੇਅਦਬੀ ਆਉਂਦੀ ਆ ਰਹੀ ਹੈ, ਘੱਟੋ ਘੱਟ ਵੀ 50 ਬੇਅਦਬੀਆਂ ਹੋ ਚੁੱਕੀਆਂ ਨੇ। ਅਤੇ ਜੇ 50 ਬੇਅਦਬੀਆਂ ਦਾ ਹੱਲ ਨਹੀਂ ਕੋਈ ਨਿਕਲਿਆ, ਅਤੇ ਜੇ ਅੱਜ ਨਿਹੰਗ ਸਿੰਘਾਂ ਨੇ ਸਿੰਘੂ ਬਾਰਡਰ 'ਤੇ ਬੇਅਦਬੀ ਕਰਦਾ ਬੰਦਾ ਫੜ ਕੇ ਸਿੰਘਾਂ ਨੇ ਸੋਧ ਦਿੱਤਾ, ਉਹਨਾਂ ਨੇ ਆਪਣੀ ਜ਼ਿੰਮੇਵਾਰੀ ਆਪ ਲਈ ਵੀ ਅਸੀਂ ਸੋਧਿਆ, ਉਹ ਸਿੰਘ ਪੇਸ਼ ਵੀ ਹੋ ਚੁੱਕੇ ਨੇ। ਇਸ ਕਰਕੇ ਜਿਹੜਾ ਸਾਡਾ ਸੰਤ ਸਮਾਜ ਹੈ, ਸਾਡੀ ਕੌਮ ਦੇ ਬੜੇ ਵੱਡੇ ਪੰਜਾਬ 'ਚ ਸਾਡੇ ਠੇਕੇਦਾਰ ਵੀ ਹੈ ਜਥੇਬੰਦੀਆਂ ਦੇ, ਹਜੇ ਤੱਕ ਸਾਡੇ ਪੰਜਾਬ ਦੇ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦਾ ਵੀ ਕੋਈ ਹਜੇ ਬਿਆਨ ਨਹੀਂ ਆਇਆ ਇਸ ਆਧਾਰ 'ਤੇ। ਸਭ ਤੋਂ ਪੰਥ ਦੀ ਸਰਮੋਰ ਜਥੇਬੰਦੀ ਸ਼੍ਰੋਮਣੀ ਕਮੇਟੀ, ਦੇਖੋ ਅੱਜ ਸਾਡੇ ਸਾਹਮਣੇ ਪੰਥਕ ਦੇ ਜਿਹੜੇ ਸਾਡੇ ਠੇਕੇਦਾਰ ਨੇ, ਸਿਸਟਮ ਦੇਖੋ ਸਾਡਾ ਕਿੱਥੇ ਜਾ ਰਿਹਾ। ਅੱਜ ਇੱਕ ਵੀ ਬਿਆਨ ਨਹੀਂ ਆਇਆ, ਨਾ ਕੋਈ ਨਿਹੰਗ ਸਿੰਘ ਜਥੇਬੰਦੀਆਂ ਦਾ ਬੋਲ ਰਹੀ ਹੈ, ਨਾ ਸੰਤ ਸਮਾਜ। ਜਿਹੜੀ ਇੱਕ ਟਕਸਾਲ ਸੀ ਉਹਨੂੰ ਯੋਧਿਆਂ ਦੀ ਖਾਣ ਕਿਹਾ ਜਾਂਦਾ ਸੀ, ਟਕਸਾਲ ਨੂੰ। ਅੱਜ ਦੇਖੋ ਉਹਨਾਂ ਦੀ ਚੁੱਪ ਦਾ ਕਾਰਨ ਦੇਖੋ ਤੁਸੀਂ ਉਹਨਾਂ ਦਾ। ਸਾਡੇ ਨਿਹੰਗ ਸਿੰਘ ਜਿਹੜੇ ਵੱਡੀਆਂ ਜਥੇਬੰਦੀਆਂ ਦਾ ਕਾਰਨ ਚੁੱਪ ਦਾ ਦੇਖੋ। ਅੱਜ 3 ਦਿਨ ਹੋ ਚੁੱਕੇ ਨੇ ਬੇਅਦਬੀ ਨੂੰ, ਅੱਜ ਤੱਕ ਕੋਈ ਬੋਲ ਨਹੀਂ ਰਿਹਾ। ਅਤੇ ਜੇ ਦੇਖੋ ਤੁਸੀਂ ਕਿਸੇ ਤਖਤ 'ਤੇ ਇਹ ਪੰਥਕ ਧਾਰਮਿਕ ਜਥੇਬੰਦੀਆਂ ਸੱਦੀਆਂ ਜਾਣ ਸਰੋਪੇ ਲੈਣ ਲਈ, ਸਨਮਾਨ ਲੈਣ ਲਈ, ਸਭ ਤੋਂ ਅੱਗੇ ਹੋ ਕੇ ਖੜੇ ਹੋ ਜਾਂਦੇ ਵੀ ਸਾਡੇ ਵਰਗਾ ਪੰਥ ਦਾ ਕੋਈ ਠੇਕੇਦਾਰ ਨਹੀਂ ਏਡਾ ਵੱਡਾ, ਅਸੀਂ ਪੰਥ ਦੇ ਮਾਲਕ ਹਾਂ। ਅਤੇ ਅੱਜ ਜੇ ਪੰਥ ਦੇ ਗੱਲ ਚੱਲਦੀ ਪਈ, ਅੱਜ ਸਿੰਘਾਂ ਨੇ ਬੇਅਦਬੀ ਕਰਨ ਵਾਲਾ ਸੋਧ ਦਿੱਤਾ ਹੈ, ਅਤੇ ਅੱਜ ਕਿਸੇ ਦੀ ਜ਼ੁਬਾਨ ਨਹੀਂ ਖੋਲ੍ਹਦੀ। ਦੇਖੋ ਇਹ ਇੱਥੇ ਇੱਕ ਕੁੜੀ ਐਕਟਰ ਹੈ ਸੋਨੀਆ ਮਾਨ, ਇੱਕ ਕੁੜੀ ਹੋ ਕੇ ਉਹਦਾ ਕਿੱਡਾ ਵਧੀਆ ਬਿਆਨ ਆਇਆ ਵੀ ਮੈਂ ਨਿਹੰਗ ਸਿੰਘਾਂ ਦੇ ਨਾਲ ਖੜੀ ਹਾਂ, ਸਾਡੇ ਗੁਰੂ ਦੀ ਬੇਅਦਬੀ ਹੋਈ, ਵੀ ਜੇ ਮੈਂ ਹੁੰਦੀ ਤਾਂ ਮੈਂ ਵੀ ਸੋਧਦੀ, ਕੁਛ ਨਾ ਕੁਛ ਕਰਦੀ ਜਿੰਨਾ ਹੁੰਦਾ। ਨਿਹੰਗ ਸਿੰਘ ਸ਼ਸਤਰਧਾਰੀ ਆ, ਉਹਨਾਂ ਨੇ ਆਪਣੇ ਗੁਰੂ ਦੀ ਬੇਅਦਬੀ ਨਹੀਂ ਚੱਲੀ, ਉਹਨਾਂ ਨੇ ਉਹਨੂੰ ਸੋਧ ਦਿੱਤਾ। ਕਿਉਂਕਿ ਜੇ ਕੋਈ ਆਪਣੇ ਪਿਓ ਦੀ ਪੱਗ ਲਾਉਂਦਾ ਹੈ, ਇੱਕ ਵਾਰੀ ਨਹੀਂ, ਸਨ 15 ਤੋਂ ਹੁੰਦਾ ਆ ਰਿਹਾ। ਇਸ ਕਰਕੇ ਜਿੰਨੀਆਂ ਪੰਥਕ ਜਥੇਬੰਦੀਆਂ ਚੁੱਪ ਨੇ, ਉਹਨਾਂ ਨੂੰ ਆਪਣੀ ਚੁੱਪ ਤੋੜਨੀ ਚਾਹੀਦੀ। ਜੇ ਨਹੀਂ ਬੋਲ ਸਕਦੇ, ਜਿਹੜੇ ਉਹਨਾਂ ਦੀਆਂ ਠੇਕੇਦਾਰੀ ਆ, ਉਹਨਾਂ ਤੋਂ ਅਸਤੀਫਾ ਜ਼ਰੂਰ ਦੇਣਾ ਚਾਹੀਦਾ ਉਹਨਾਂ ਨੂੰ। ਸਾਡੀਆਂ ਭਾਵੇਂ ਨਿਹੰਗ ਸਿੰਘ ਜਥੇਬੰਦੀਆਂ ਹੋਣ, ਭਾਵੇਂ ਸੰਤ ਸਮਾਜ ਹੋਵੇ, ਭਾਵੇਂ ਸ਼੍ਰੋਮਣੀ ਕਮੇਟੀ ਹੋਵੇ। ਬੀਬੀ ਜਗੀਰ ਕੌਰ ਦਾ ਵੀ ਇੱਕ ਵੀ ਬਿਆਨ ਨਹੀਂ ਆਇਆ 3 ਦਿਨ 'ਚ। ਅੱਜ ਇੱਥੇ ਧਾਰਮਿਕ ਇਕੱਠ ਕਰ ਲਓ, ਸਭ ਤੋਂ ਪਹਿਲਾਂ ਉਹਨਾਂ ਨੇ ਸਰੋਪਾ ਲੈਣ ਲਈ ਪਹੁੰਚਣਾ ਸਾਡੀ ਜਥੇਬੰਦੀਆਂ ਨੇ।
इस करके असीं देशां विदेशां 'च यही कहने आ, जिन्ने पंजाब दे लोग ने, हरियाणे दे लोग ने, सारे धर्मां दा पंथ खालसा साझा है। गुरु ग्रंथ साहब देखो, असीं हर धर्म का सत्कार करते हैं, भावें कुरान होवे, भावें हिंदू धर्म होवे, भावें मुसलमान भाईचारा होवे, असीं हर धर्म का सत्कार करते हैं। लेकिन बेअदबी नहीं कोई भी जल सकता किसी धर्म की। जे साडे गुरु ग्रंथ साहब की बेअदबी की आ, ਸਿੰਘਾਂ ने सोचता, असीं ਸਿੰਘ देखो कोई भज्या ने उत्थे पेश कराते भी सानू किसी नूं कोई दुख नहीं हैगा, भी जो होया बिल्कुल ठीक होया। बाकी आ बाबा जी ने ढंडरीया वाले संत बारे गल कही आ, वो कहता भी दसो भी सबूत दो कोई, भी मैं सन 15 च मैं बड़िया डांगा खाधिया, कहता उत्थे मेरिया गड्डियां भन्नियां गई, अज तक ना तो कोई गड्डिया का ही सबूत है टुटिया का, ना कोई डांगा का ही सबूत है। भी जे तू कहना भी गुरु ग्रंथ साहब सरबलो ग्रंथ दसम ग्रंथ की बेअदबी हुई आ, दूजा ग्रंथ भी प्रकाश नाल ही हुंदा है। ते जे तू एडा वड्डा संत है, जो अंमृत छकाउण लग्या दसम ग्रंथ दियां 3 बाणियां कढ के अंमृत छका, फिर तेनों पता लगे भी दसवें पातशाह की कितनी वैल्यू सीगी। दसवें पातशाह की चीज़ सी, 3 बाणियां अंमृत छकाउण लग्या दसवें पातशाह दियां पैंदी है, फिर अंमृत प्रचार हुंदा है। ते तू कहना भी दसवें पातशाह की बाणी नूं भी वो गुरु ग्रंथ साहब नहीं हैगा, ਜਾਂ ਤੇ तू गुरु गोबिंद सिंह का कहा भी अंमृत ही नहीं छकिया, तो किसी भनियार वाले संत का कहते भी मैं वह अंमृत छकिया जो वह चेला। तो इस कासी असीं सारी साध संगत नूं यही कहना चाहुंदे आ भी जिवें बाबा जी ने कहा, साडा नंबर भी नोट कर लो 98 552 21 104, 98 552 21 104। ये सानूं WhatsApp ते हर एक संगत ने पंजाब हरियाणा पूरा भारत देशा विदेशा चो यही मैसेज करना है भी इस संघर्ष दे विच निहंग सिंह जथेबंदियां दी तुहानूं लोड़ हैगी है, तां भी बिल्कुल ठीक है। जे साडे भरा साडे वीर साडे किसान कहणगे भी निहंग सिंह जथेबंदियां पंजाब नूं जा सकदी है, असीं तो खुशी खुशी फतेह बुला के ही चालां मारांगे सारे जथेबंदियां। पर जिहड़ा किसान जथेबंदियां दा रोल है, जे 26 तरीक नूं सारे रिंग रोड गए, उदों कहंदे साडा उन्हां नाल कोई नाता नहींगा, नाता तोड़ के गल नहीं चलदी। अज जे निहंग सिंह जथेबंदियां ने उन्हां दे ਸਿੰਘਾਂ ने जो कोई बेअदबी करदा सोधता है, अज कहंदे साडा निहंग सिंह जथेबंदियां नाल नाता नहीं। जे उन्हां नूं पुछण वाला भी नाता तुहाडा है किहदे नाल, इत्थे जिन्ना इकट्ठ आ सारा आप महारा है, इन्ना इकट्ठ जथेबंदियां नाल कोई है नहीं, हर बंदा आप महारा, हर बंदा कानून रद्द कराउण दे हक 'च बैठा है। इस करके असीं देशां विदेशां 'च भी बेनती करते हैं, पंजाब 'च भी बेनती करते हैं भी जिन्ना साडा संत समाज देखो 4 दिन तो पंथक जथेबंदियां चुप है, किन्नी चुप का धर्म धारिया। होर देखो साडे किन्ने भरा बोल रहे हैं भी गुरु ग्रंथ साहब की बेअदबी हुई, पर नहीं साडे जिहड़ियां पंथक जथेबंदियां है उन्होंने जरूर मूँह ते चेपियां लाइया हुई ने। इस करके साडे निहंग सिंघां नाल सानूं कोई दुख नहीं, जे उन्हें गलती की सोधता। बाकी गलत वाली जिहड़ी गल आ, जिहड़ियां इत्थे जिहड़ियां जालियां बैठियां रंगरेटे जथेबंदियां बैठी है, होर भी सारा भाईचारा जात पात ना खालसा पंथ मनदा है, ना खालसे पंथ से जात पात है। जिहड़ा जात पात करदा है जां जात पात समझदा है, वो गुरु गोबिंद सिंह दा सिंह नहीं हो सकदा, वो अंमृतधारी नहीं हो सकदा। इस करके जिहड़ी बेअदबी दा मसला है, सानूं जे संगत सारी पंथ खालसा सारी साध संगत पंजाब हरियाणा जिन्हें किसान वीर कहणगे ते असीं बड़ी खुशी नाल इत्थों चाला मार के घोड़े पंजाब लै जाएंगे। तो जे सारी जथेबंदियां सारी संगत कहेगी भी मोर्चा फतेह करके जाना, असीं फिर मोर्चा फतेह करके ही जावांगे। इस करके सारी साध संगत नूं असीं हत्थ जोड़ के यही बेनती करते हैं भी 27 तरीक नूं इत्थे जो बाबा जी ने दस्सिया जिहड़ा इकट्ठ रखिया गया पंथक जथेबंदियां वालों जां संत समाज दे जिन्हां ये कौम का ये संघर्ष का दर्द है, सारे इत्थे इकट्ठे होणगे। बाकी साडे वल बाबा बलविंदर सिंह जी ये भी तुहानूं अपने विचार दस्सणगे। वाहिगुरू जी का खालसा, वाहिगुरू जी की फतेह। बाबा जी महीना महीना दे नां बोल दिओ, माइक किधर नु कर दिओ, कुर्सी इधर को बदल लो, जरा कुर्सी बदल लो, सारे कर कुर्सी बदल लो, भाई और चकला सब बस आ जानी आवाज बाबे दी बहुत आवाज तक महीना दे जगह दस दिओ जी, कोई गल नहीं। वाहिगुरू जी का खालसा, वाहिगुरू जी की फतेह। सब तो पहला जो जथेदार साडे नाल इस वेले इस प्रैस कानफ्रेंस में मौजूद ने, मैं सारिਆਂ ਨੂੰ धन्नवाद कहना जी आया ਨੂੰ कहना। जथेदार बाबा राजा राज सिंह जी अरबां खरबां दल
जहेदार बाबा कुलविंदर सिंह जी चौंते वाले ते जहेदार बाबा नारायण सिंह जी उन्होंने भाई साहब वो भी इत्थे ने, बाकी जथेबंदियां बाबा जी ने नाल लै ही दिता वा। ते जिहड़ी सब तो वड्डी गल आ ये मंगदे आ भी वो सबूत कित्थे आ भी जिहड़ी बेअदबी हुई आ ਉਹਦਾ सबूत कित्थे है। ते मैनू ये जवाब देना ये दिओ भी जिन्ने पहला सबूत दिते आ तुहानूं 15 दे विच भनिहारे वाले ने कीता, गुरु ग्रंथ साहिब महाराज जी का स्वरूप जिप्सियां दे विच रख के उन्हां दे अंग गलियां दे विच खिलारे गए, सबूत मिले, सज़ा दिती, थोड़े दिन रहे, उदों बाद उन्होंने जैड सुरक्षा मिली है, जैड सुरक्षा दे हुंदियां ही उहदी मौत हुई। ये कानून है साडे मुल्क का। ते फिर बरगाड़ी कोटकपूरा ये जिन्ने भी कांड होए ने सारे दे सबूत मिले ने। तरखान माजरे श्री फतेहगढ़ साहब होया, उत्थे सबूत मिलिया, वो बंदे नूं फड़िया गया, वो थोड़े समय बाद वो कहते जी इत्थे टांडा लाती ते हो गया, वो तुरिया फिरदा बिरड़वाल का बंदा, वो अपने पिंड चों जमीन बेच के अपनी वो किसी होर पासे चलिया गया, ਉਹਦੇ ਪਿੱਛੇ कोई ताकत है ਤਾਂ ही चलिया गया ना, ਤਾਂ ही वो बाहर तुरिया फिरदा। ते जिन्ने भी सबूत दिते ने हर जगह सबूत मिलिया, आ बड़े बड़े ढिड्डाणियां दा सबूत मिल गया, पंथक जथेबंदियां कहाउण वालियां दा मिल गया, की कीता उन्हां दा। ते जिन्ने भी सबूत मिले ने हुण तक किसी का कोई जिहड़ी वो प्रॉपर जिहड़ी सज़ा मिलनी चाहिए वो सज़ा नहीं मिली। ते दूजी गल ये आ भी जिहड़ा हुण कहंदे दलत मार दिता, दलत मार दिता, ये बड़ी तगड़ी साजिश है एजेंसियां दी कि दलत मार दिता। वो जिहड़ा गुरु ग्रंथ साहिब महाराज बाइबल कुरान गीता किसी भी ग्रंथ के उत्ते हथ चकदा अजमत नूं हथ पाउंदा वो बंदे की कोई जात नहीं है। तुसीं मानदे हो गल, उहदी जात है कोई? उहदी कोई जात नहीं है। तो जो उहदी जात ऐसे बंदे की जात ही नहीं तो फिर गल क्यों खड़ी की जाती है? क्यों इन्हों चाहिए है गल कोई, हुण गल कोई निकलती नहीं। ਸਿੰਘਾਂ ने सौदा लाता, इन्होंने ये सी भी ये भजणगे, इन्हां दा जलूस कड्डांगे भी ये ते गैर जिम्मेवार बंदे ने, ये मार के इन्हां बंदे नूं भी निकल गए, अंदोलन खराब कर दिता। पर इन्हां दी चाल ये चली नहीं। वो खालसे ने सौदा लाया तो मौजूदा जिम्मेवारियां लईआं और उन्होंने गिरफ्तार करवाया, सरैंडर कराया, पूरी चढ़दी कला दे विच तैयार बर तैयार हो के गुरु महाराज तो अरदासां हुक्मनामे सारा कुछ होया। इस तरह उन्होंने चढ़दी कला तुसीं सारी प्रैस ने सारे ने वेख्या। ते जिहड़ियां इहो जिहियां गल्लां करनियां ने ये सारी ये चाल है इहदे पिछे बड़ी तगड़ी। हुण जिवें बाबा जी ने दस्सिया वो गल ही किसी ने कीती कि भी गुरु ग्रंथ साहिब महाराज की बेअदबी हो गई तो भी वो बस वढ़ दिता, मार दिता, कटता, बाहां बढ़तियां, लत्तां बढ़तियां। वो गुरमुख प्यारे जदों वो सामने अपना हाथों पालकी साहब के दरवाजे नूं पा के वो एंटर होया, बेअदबी तो उदों ही हो गई। वो भावें वो किसी नहीं भी किसी चीज़ में हथ लाया, उन्हें मूँह के तंबाकू आ उन्हें जो गुरु ग्रंथ साहिब महाराज की पालकी साहब के एंटर हो गया, बेअदबी तो उदों ही हो गई। फिर उस तो बाद की हुंदा, गुरु महाराज दसम प्रकाश के उत्तों जिहड़ा वो रमाला चुक्या जाता, चौर साहब एक पासे सुट्टिया जाता, माचिस दीयां डब्बियां दो पईआं ने, कोई अग नहीं लगी, उन्हें अग लाउणी सी, इत्थे भांबड़ मचाउणे सी, दलत ने जिन्होंने दलत कहिंदे, उन्हें भांबड़ मचाउणा सी, उहदे कोलों गल नहीं बनी। फिर वो की कीता, उन्हें एक स्वरूप महाराज सरबलो दा, जिस तरह बाबा जी ने दस्सिया भी 3 प्रकाश आदि श्री गुरु ग्रंथ साहिब महाराज, 10वां दरबार, सरबलो दरबार, उन्हें की कीता, वो सरबलो दा जिहड़ा दरबार है ना, गुरु ग्रंथ साहिब महाराज का स्वरूप ही है जो असीं बराबर प्रकाश करते हैं। ये तो दो गल्लां ही नहीं भी सरबलो जां 10वां जां, वो सारा ही गुरु ग्रंथ साहिब महाराज है, तां असीं प्रकाश करते हैं, तां उन्होंने बाणी पढ़ के अमृत संचार होंदा। वो बंदे ने उस स्वरूप नूं चुक्या, उत्तों चुक के दौड़िया, तो उन्हें तुहानूं पता भी जिथे उन्हें रखिया जाके, उस तो बाद वो फड़िया गया, ਸਿੰਘਾਂ ने उन्होंने काबू किया, उहदे कोलों तलवार बरामद की, उहदे कोलों ग्रंथ जिहड़ा वो बरामद किया गया। उस तो बाद उन्होंने सौदा लाता, हुण पिट्टी जाते आ। हुण तक सारा मुल्क ये कहंदा सी
ਜਿਹੜਾ ਹੁਣ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਦੇ ਉਹ ਸਤਿਕਾਰਯੋਗ ਨੇ ਤਖਤ ਦੇ ਵਾਸਤੇ, ਉਹਨਾਂ ਨੇ ਬਿਆਨ ਲਾਇਆ ਸੀ, ਕਹਿੰਦੇ ਇਹੋ ਜਿਹੇ ਬੰਦੇ ਨੂੰ ਸੋਧ ਦੇਣਾ ਚਾਹੀਦਾ। ਹੁਣ ਸੋਧ ਤਾਂ ਹੁਣ ਬਿਆਨ ਕਿਉਂ ਨਹੀਂ ਦਿੰਦਾ? ਹੁਣ ਮੂੰਹ ਇਹ ਜਿਹੜੀ ਜੀਭ ਹੈ ਇਹ ਚੂਰਨ ਚੱਟਣ ਵਾਸਤੇ ਰੱਖੀ ਆ। ਹੁਣ ਕਿਉਂ ਨਹੀਂ ਬੋਲਦੇ? ਹੁਣ ਕਿਉਂ ਨਹੀਂ ਕੋਈ ਬਿਆਨ ਦਿੱਤਾ? ਏਡੇ ਏਡੇ ਢਿਡਾਲੇ ਅਸੀਂ ਪੰਥਕ ਜਥੇਦਾਰ, ਅਸੀਂ ਸਾਡੇ ਪੰਥ ਦੇ ਠੇਕੇਦਾਰ ਹਾਂ, ਸਾਡਾ ਪੰਥ ਹੀ ਸਾਰਾ ਸਾਡੇ ਕਹਿਣ ਤੇ ਚੱਲਦਾ। ਉਹ ਕਿੱਥੇ ਨੇ ਹੁਣ? ਇਹ ਵੀ ਸਾਜ਼ਿਸ਼ ਆ ਬੜੀ ਤਗੜੀ। ਇਹ ਸਭ ਇੱਕੋ ਏਜੰਡੇ ਥੱਲੇ ਨੇ। ਮੈਂ ਗਰੇਜ ਨਹੀਂ ਕਰਦਾ ਕਹਿਣ ਤੋਂ, ਜੋ ਮਰਜ਼ੀ ਹੋ ਜਾਵੇ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਆ ਜਾਂਦੀ ਆ ਬੇਅਦਬੀ ਦੀ, ਤਾਂ ਫਿਰ ਸਾਡੀਆਂ ਤਾਹਾਂ ਨਿਕਲਦੀਆਂ ਨੇ। ਸਾਨੂੰ ਪੁੱਛ ਕੇ ਦੇਖੋ, ਜਿਨ੍ਹਾਂ ਦੇ ਸਾਹਮਣੇ ਕਹਿਰ ਹੋਇਆ ਤੇ ਗੱਲਾਂ ਕਰ ਦੇਣੀਆਂ ਉੱਠ ਕੇ, ਬੜੀਆਂ ਸੌਖੀਆਂ ਨੇ ਪਿਆਰਿਓ, ਗੱਲਾਂ ਕਰ ਦੇਣੀਆਂ ਵੀ ਹਾਂ ਨਿਹੰਗ ਸਿੰਘਾਂ ਨੇ ਸੋ ਵੱਢ ਦਿੱਤਾ, ਉਹਨੂੰ ਕੱਢ ਦਿੱਤਾ, ਦਰਿੰਦਗੀ ਕੀਤੀ, ਉਹਦੇ ਕੁੜੀਆਂ ਸੀ 3। ਇਹ ਜਿਹੜੇ ਪਿੱਟਦੇ ਨੇ ਬਾਹਮਣਵਾਦੀ ਲੋਕ, ਮੈਂ ਜਾਤ ਦੀ ਨਹੀਂ ਗੱਲ ਕਰਦਾ, ਉਹ ਆਪਣੇ ਆਪ ਕਹਿ ਰਹੇ ਨੇ ਅਸੀਂ ਹਿੰਦੂ ਦਵੀ ਲੋਕ ਹੈ। ਉਹ ਆਪਣੇ ਆਪ ਕਹਿ ਰਹੇ ਨੇ ਸਾਡੇ ਹਿੰਦੂ ਭਰਾ ਸਾਡੇ ਆਪਣੇ ਨੇ, ਮੁਸਲਮਾਨ ਸਾਡੇ ਭਰਾ ਆਪਣੇ ਨੇ। ਫਿਰ ਮੈਨੂੰ ਇਹ ਦੱਸੋ ਵੀ ਜੇ ਹੁਣ ਧੀਆਂ ਦੀ ਗੱਲ ਕਰਦੇ, ਉਹਦੀਆਂ 3 ਧੀਆਂ ਸੀ, ਕਹਿੰਦੇ ਉਹਦੀਆਂ 3 ਧੀਆਂ ਸੀ, ਤੇ ਰਾਵਣ ਦਾ ਤੇ 1 ਲੱਖ ਪੂਤ 1.25 ਲੱਖ ਨਾਤੀ, 1 ਲੱਖ ਪੁੱਤ ਤੇ 1.25 ਲੱਖ ਉਹਦਾ ਪੋਤਰਾ ਸੀ। ਉਹਦਾ ਆਏ ਸਾਲ ਉਹਦੀਆਂ ਨਾਸਾਂ ਦੇ ਪਟਾਕੇ ਰੱਖ ਕੇ ਉਹਨੂੰ ਕਿਉਂ ਫੂਕਦੇ ਹੋ ਆਏ ਸਾਲ ਬਈ? ਉਹਦੇ ਕਿਉਂ ਪਟਾਕੇ ਵਜਾਉਣੇ? ਜਾਂ ਉਹਦਾ ਬੜਾ ਤਗੜਾ ਪਰਿਵਾਰ ਸੀ। ਫਿਰ ਇੱਥੇ ਕੋਈ ਜੇ ਉਹਦੀਆਂ 3 ਧੀਆਂ ਨੇ ਤੇ ਫਿਰ ਉਹਨੂੰ ਲਾਇਸੈਂਸ ਮਿਲ ਗਿਆ ਵੀ ਜਿੱਥੇ ਮਰਜ਼ੀ ਜਾ ਕੇ ਗ੍ਰੰਥਾਂ ਨੂੰ ਚੁੱਕਦਾ ਫਿਰੇ। ਇਹ ਨਹੀਂ ਗੱਲ ਹੁੰਦੀ। ਜਿਹੜਾ ਬੰਦਾ ਇਹੋ ਜਿਹਾ ਕਰਮ ਕਰਦਾ ਉਹ ਦੋਸ਼ੀ ਆ ਉਹਨਾਂ ਹੀ, ਭਾਵੇਂ ਉਹ ਪਰਿਵਾਰ ਵਾਲਾ ਭਾਵੇਂ ਉਹ ਉਸ ਤਰ੍ਹਾਂ। ਇਹਦੇ ਵਿੱਚ ਇਹ ਗੱਲ ਨਹੀਂ ਵੀ ਪਰਿਵਾਰ ਵਾਲਾ, ਗੱਲ ਨਹੀਂ ਨਾ ਇਹਨਾਂ ਨੂੰ ਕੋਈ ਲੱਭਦੀ, ਵੀ ਗੱਲ ਨਹੀਂ ਲੱਭੀ, ਮਿਲੀ ਨਹੀਂ ਗੱਲ ਵੀ ਹਾਂ ਇਹਨਾਂ ਨੇ ਭੱਜ ਜਾਣਾ, ਇਹਨਾਂ ਦਾ ਜਲੂਸ ਕੱਢਾਂਗੇ ਵੀ ਅੰਦੋਲਨ ਖਰਾਬ ਕਰਕੇ ਚਲੇ ਗਏ। ਪਰ ਸੂਰਮਿਆਂ ਨੇ ਗ੍ਰਿਫਤਾਰੀਆਂ ਦਿੱਤੀਆਂ, ਹੁਣ ਮੂੰਹ ਦੇ ਵਿੱਚ ਘੁੰਗਣੀਆਂ ਪੈ ਗਈਆਂ। ਨਾ ਤਾਂ ਸਾਡੇ ਵਾਲੇ ਬੋਲਦੇ ਨੇ, ਨਾ ਉਹ ਦੂਜੇ ਬੋਲਦੇ ਨੇ, ਸਾਰਿਆਂ ਨੂੰ ਚੁੱਪ ਛਾ ਗਈ। ਇਹ ਚੁੱਪ ਇਸ ਤਰ੍ਹਾਂ ਹੀ ਛਾਉਂਦੀ ਹੁੰਦੀ ਹੈ। ਜਦੋਂ ਖਾਲਸਾ ਆਪਣੇ ਪ੍ਰਚੰਡ ਰੂਪ ਦੇ ਵਿੱਚ ਆਉਂਦਾ ਨਾ, ਫਿਰ ਇਸ ਤਰ੍ਹਾਂ ਹੀ ਹੁੰਦਾ। ਇਹ ਇਸ ਤਰ੍ਹਾਂ ਲੋਕ ਨਹੀਂ ਇਹ ਸੂਤਰ ਆਉਂਦੇ। ਕਿੰਨੀਆਂ ਬੇਅਦਬੀਆਂ ਹੋ ਗਈਆਂ, ਕੋਈ ਗਿਣਤੀ ਆ? ਹਰ ਇੱਕ ਜਗ੍ਹਾ ਦਿੱਤੀ ਜਾਂਦੀ ਆ, ਉਹ ਸਬੂਤ ਦਿੱਤੇ ਜਾਂਦੇ ਨੇ, ਕਲਿਊ ਦਿੱਤੇ ਜਾਂਦੇ ਨੇ, ਵੀਡੀਓ ਦਿੱਤੀਆਂ ਜਾਂਦੀਆਂ ਨੇ। ਕੌਣ ਮੰਨਦਾ ਇੱਥੇ? ਇਹ ਨਹੀਂ ਗੱਲਾਂ। ਪਰ ਹੁਣ ਜੇ ਖਾਲਸੇ ਨੇ ਆਪਣੀ ਰਵਾਇਤ ਅਨੁਸਾਰ ਜੋ 10ਵੇਂ ਪਾਤਸ਼ਾਹ ਮਹਾਰਾਜ ਨੇ ਦੱਸਿਆ, ਚੂੰਕਾਰ ਜਾ ਮਹਲ ਤੇ ਦਰਗੁਜਸਤ, ਕਹਿੰਦੇ ਜਦੋਂ ਸਾਰੇ ਹੀਲੇ ਕਹਿੰਦੇ ਖੇਲ ਹੋ ਜਾਣਾ, ਫਿਰ ਇਹ ਤਲਵਾਰ ਦੇ ਮੁੱਠੇ ਨੂੰ ਹੱਥ ਪਾਉਣਾ ਜਾਇਜ਼ ਦੱਸਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਇਹ ਕਹਿੰਦੇ ਜੀ ਇਹਦੇ ਐਵੇਂ ਬਾਣੇ ਪਾ ਕੇ ਨਿਹੰਗ ਸਿੰਘ ਐਵੇਂ ਤੁਰੇ ਫਿਰਦੇ, ਐਵੇਂ ਨਹੀਂ ਤੁਰੇ ਫਿਰਦੇ। ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸੰਸਾਰ ਦੇ ਵਿੱਚ ਨਾ ਆਉਂਦੇ, ਸਾਡੇ ਰਹਿਬਰ ਜਿਨ੍ਹਾਂ ਨੇ ਸਾਨੂੰ ਇਹ ਦਰਸਾਇਆ, ਜਿਨ੍ਹਾਂ ਨੇ ਸਾਡੇ ਬਾਣੇ ਪਾਏ ਨੇ ਗਲ ਦੇ ਵਿੱਚ, ਹਾਲਤ ਉਦੋਂ ਵੀ ਇਹੋ ਸੀ। ਜਦੋਂ ਗੁਰੂ ਮਹਾਰਾਜ ਆਏ ਨੇ ਨਾ, ਉਦੋਂ ਵੀ ਇਹੋ ਹਾਲਤ ਸੀ। ਕੋਈ ਗੀਤਾ ਦੀ ਬੇਅਦਬੀ ਹੋ ਰਹੀ ਆ, ਕਿਸੇ ਪਾਸੇ ਕੁਰਾਨ ਦੀ ਹੋ ਰਹੀ ਆ। ਫਿਰ ਇੱਕ ਸ਼ਾਇਰ ਲਿਖਦਾ, ਬੜੀਆਂ ਸੋਹਣੀਆਂ ਪੰਕਤੀਆਂ ਉਹਨੇ ਲਿਖੀਆਂ ਨੇ। ਉਹ ਕਹਿੰਦਾ ਛਾਏ ਜਾਤੀ ਏਕਤਾ ਅਨੇਕਤਾ ਬੁਲਾਏ ਜਾਤੀ, ਹੋਵਤੀ ਕੁਚੀਲਤਾ ਕੁਤੇਵਨ ਕੁਰਾਨ ਕੀ, ਪਾਪ ਹੀ ਪ੍ਰਪੱਕ ਜਾਤੇ ਧਰਮ ਤਸਕ ਜਾਤੇ, ਵਰਨ ਗਰਕ ਜਾਤੇ ਸਿਹਤ ਵਿਧਾਨ ਕੀ। ਗੁਰੂ ਗੋਬਿੰਦ ਸਿੰਘ ਪਵਨ ਪਾਵਨ ਸੁਰ ਹੈ, ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਸਾਰ ਦੇ ਵਿੱਚ ਨਾ ਆਉਂਦੇ, ਸਾਡੀ ਕੀ ਦਸ਼ਾ ਹੁੰਦੀ? ਤੇ ਜੇ ਅੱਜ 10ਵੇਂ ਪਾਤਸ਼ਾਹ ਦੇ ਬੱਚਿਆਂ ਨੇ, ਉਹ ਜਿਨ੍ਹਾਂ ਨੇ ਆਪਣੇ ਬਾਈ ਜੀ ਪਰਿਵਾਰ ਦੇ ਸਾਡੇ ਉੱਤੋਂ ਦੀ ਵਾਰ ਦਿੱਤੇ, ਅਸੀਂ ਆਪਣਾ ਆਪ ਨਹੀਂ ਵਾਰ ਸਕਦੇ, ਕੱਲਾ ਕੱਲਾ ਨਹੀਂ ਵਾਰ ਸਕਦੇ। ਮਾਮੇ ਦੇ ਪੁੱਤ, ਭੂਆ ਦੇ ਪੁੱਤ, ਬਾਈ ਜੀ ਪਰਿਵਾਰ ਦੇ ਵਾਰ ਕੇ ਉਹਨਾਂ ਨੇ ਸਾਨੂੰ ਇਹ ਬਾਣੇ ਦਿੱਤੇ ਨੇ। ਤੇ ਅੱਜ ਜੇ ਉਸ ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹਾਂ ਦੀ ਜਾਗਦੀ ਜੋਤ ਹੈ, ਸਾਰਿਆਂ ਦਾ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਸੀਂ ਉਹਨਾਂ ਨੂੰ ਜਿੰਦਾ ਗੁਰੂ ਮੰਨਦੇ ਹਾਂ। ਇਸ ਕਰਕੇ ਜਿਹੜਾ ਵੀ ਚੜੂਗਾ, ਇਹ ਨਹੀਂ ਗੱਲ ਵੀ ਹੁਣ ਹੋ ਗਿਆ ਬਸ ਖਤਮ ਹੋ ਗਈ, ਵੀ ਹੁਣ ਗ੍ਰਿਫਤਾਰੀ ਦੇਤੀਆਂ ਬਸ। ਬਹੁਤ ਸੂਰਮਾ ਬੈਠੇ ਨੇ। ਇਹ ਕੁੰਡਲੀਆ ਸਤਵੀਰ ਖਾਲਸਾ ਇਹ ਨਹੀਂ ਮਰਦਾ ਇਸ ਤਰ੍ਹਾਂ, ਬਹੁਤ ਬੈਠੇ ਨੇ। ਬੜੀ ਲੰਬੀ ਲਾਈਨ ਹੈ। ਕੱਲ੍ਹ ਨੂੰ ਜੇ ਕੋਈ ਕਰੂਗਾ, ਉਹ ਆਪਣੇ ਆਪ ਨੂੰ ਇਹ ਜਿਸ ਤਰ੍ਹਾਂ ਇਹ ਟੰਗਿਆ ਹੋਇਆ ਨਾ ਬੈਰੀਕੇਡ ਦੇ ਉੱਤੇ, ਉਹਦੀ ਫੋਟੋ ਆਪਣੇ ਅੱਖਾਂ ਦੇ ਵਿੱਚ ਵਸਾ ਲੇ, ਇਸ ਤਰ੍ਹਾਂ ਹੋਣੀ ਹੈ। ਹੁਣ ਬਖਸ਼ਿਆ ਨਹੀਂ ਜਾਣਾ, ਕਿਤੇ ਭੁਲੇਖੇ ਵਿੱਚ ਫਿਰਦਾ ਹੋਵੇ ਕੋਈ ਵੀ। ਔਰ ਜਿਨ੍ਹਾਂ ਨੇ ਇਹ ਕਰਾਇਆ, ਉਹ ਮੇਰੀ ਗੱਲ ਇਸ ਵੇਲੇ ਸੁਣ ਰਹੇ ਨੇ। ਜਿਨ੍ਹਾਂ ਨੇ ਇਹ ਕਰਾਇਆ, ਉਹ ਮੇਰੀ ਗੱਲ ਇਸ ਵੇਲੇ ਸੁਣਦੇ ਨੇ। ਉਹਨਾਂ ਨੂੰ ਪਤਾ ਵੀ ਅਸੀਂ ਕਰਾਇਆ, ਸਾਨੂੰ ਵੀ ਪਤਾ, ਸੰਸਾਰ ਨੂੰ ਵੀ ਪਤਾ, ਤੁਹਾਨੂੰ ਵੀ ਪਤਾ, ਸਾਰਿਆਂ ਨੂੰ ਪਤਾ ਇਹ ਕਰਾਉਣ ਵਾਲੇ ਕੌਣ ਨੇ। ਇਹ ਹੋਰ ਵਿਸ਼ਾ
पर आओ गुरमुख प्यारिओ इंनियां बेनतियां हुण प्रवान करिओ। भाई गुरु जथेदार बाबा राजा राज सिंह जी, बाबा कुलविंदर सिंह जी, ये गुरमुख जो भी फैसला दिता ਅਸੀਂ ਇਹਨਾਂ ਦੇ फैसले ਤੇ ਪੂਰਨੇ ਪਾਵਾਂਗੇ। ਜਿਵੇਂ ਇਹ ਕਹਿਣਗੇ ਅਸੀਂ ਉਸੇ ਤਰ੍ਹਾਂ ਹੀ ਖੜਾਂਗੇ, ਸਾਰਾ ਪੰਥ ਖੜੂਗਾ। ਇੱਕ ਵਾਰ 27 ਵਾਲਾ ਪ੍ਰੋਗਰਾਮ ਦੁਬਾਰਾ 27 ਤਰੀਕ ਨੂੰ ਇਹੋ ਮਹੀਨਾ ਜਿਹੜਾ ਚੱਲ ਰਿਹਾ 27 ਅਕਤੂਬਰ ਟਾਈਮ 2 ਵਜੇ ਇੱਥੇ ਹੀ ਆਹੀ ਐਸੇ ਭਰਤ ਪਲਾਜੇ ਦੇ ਵਿੱਚ ਜਥੇਦਾਰਾਂ ਦੀ ਰਹਿਨੁਮਾਈ ਦੇ ਹੇਠ ਇਹ ਮੀਟਿੰਗ ਹੋਣੀ ਹੈ। ਸਾਰੇ ਪੰਥ ਦਰਦੀਆਂ ਦੀ, ਜਿਨ੍ਹਾਂ ਨੂੰ ਦਰਦ ਹੈ ਪੰਥ ਦਾ, ਜਿਨ੍ਹਾਂ ਨੂੰ ਦਰਦ ਆ ਨਾ ਵੀ ਪੰਥ ਦਾ ਵੀ ਇਹ ਹੋਣਾ ਨਹੀਂ ਚਾਹੀਦਾ। हाँ सानू कह देना ये कही जाते हैं सानू इन्हों की परवाह नहीं, क्योंकि असीं इन्हों दे करके आए नहीं कि जिन्ना मर्जी जोर लाई जान, जिवें मर्जी स्टेजां चढ़ चढ़ कही जान ये झंडे ला लो जी, ये कहते धार्मिक स्टेज नहीं। फिर जो धार्मिक स्टेज नहीं फिर सुखमनी साहब रोज़ क्यों करते हो? सानू इतराज नहीं होना चाहिए, पर कहिंदे क्यों ने फिर गल्लां? अरदास क्यों करते हैं? फिर उत्थे बाइबल गुरु महाराज चे पातशाह किरपा करन जिहड़ा कुरान दी आयतां वो क्यों पढ़ाई जांदियां ने? फिर बई जे नहीं हनुमान चालीसा पढ़ाया जाता, जे फिर नाले ते धर्म नूं लैके लोकां नूं कत्तर कर रहे ने ते नाले कहंदे धर्म दा कोई मुद्दा ही नहीं। ये स्पष्ट करने अपनी गल भी ये गल ये धर्म दे ये किहड़े खाने विच पाउंदे आ गल नूं। ये जिन्ना मर्जी कही जाण, सानू इन्हां दी परवाह कोई नहीं ते ना असीं इन्हां दे करके आए हाँ। असीं आए हाँ किसान मजलूमां वास्ते, जिन्हां वास्ते सानू सतगुर ने साजिया, असीं उन्हां वास्ते आए हाँ। ते जिन्ना चिर ओह नहीं कहिंदे कि बुद्धिजीवी सानू कह देण आके, ये किसान वीर सानू कह देण आके भी भाई तुसीं चले जाओ, असीं उस वेले जिस तरह बाबा जी ने कहा असीं फतेह बुला के इत्थों चाले पा देंगे। हुण प्रोग्राम तुसीं नंबर नोट कर लो 83 600 470, दोबारा फिर नोट कर लो 83 600 पूरा 400 पूरा 70 पिछे। ये नंबर दसदा बाबे ने तुहानूं नंबर दसते, ये नंबर पूरे वर्ल्ड दे विच पहुँचा दिओ। इन्हां नंबरां दे उत्ते सानूं ये लोग कमेंट करके दस्सण, सानूं सुनेहा देण भी जेडे बाकी जेडी वो मीटिंगां जिस दिन आ गए सारा सानूं दस देण, असीं चाले पा देंगे। जथेदार अमन सिंह जी बुढ़ा दल वो भी गुरमुख प्यारे साहब गैर हाजिर ने, पर वो है इत्थे ने, फौजां उन्हां दी आईयां ने। सारे जथेदारां नूं जी आयां नूं कहा जांदा है। हुण बाकी जिहड़ा प्रोग्राम है वो आप जी नूं दस देणगे बाबा राजा राज सिंह जी। इन्नियां बेनतियां करो प्रवान, बुलाओ फतेह। वाहिगुरू जी का खालसा, वाहिगुरू जी की फतेह। ਅਕਾਲ ਤਖਤ ਦੇ ਜਥੇਦਾਰ ਦਾ ਬਿਆਨ ਆ ਚੁੱਕਿਆ ਜੀ। ਉਹ ਕਹਿੰਦੇ ਕਿ ਜੋ ਸਿੰਘੂ ਨਗਰ ਤੇ ਘਟਨਾ ਹੋਈ ਆ ਉਹ ਕਾਨੂੰਨ ਦੀ ਰਾਜ ਦੀ ਸਫਲਤਾ ਦੇ ਕਰਕੇ ਹੋਈ ਹੈ, ਵੀ ਜੋ 2015 ਤੋਂ ਲੈ ਕੇ ਜੋ ਬੇਦਖਲੀਆਂ ਹੋਈਆਂ, ਜੇਕਰ ਉਹਦਾ ਇਨਸਾਫ ਮਿਲਿਆ ਹੁੰਦਾ ਤਾਂ ਇਹ ਘਟਨਾ ਨਹੀਂ ਵਾਪਰਨੀ ਸੀ। ਚਲੋ ਮੈਂ ਦੇਖ ਲਿਆ, ਆ ਗਿਆ, ਹੁਣੀ ਆਇਆ, ਬਹੁਤ ਚੰਗਾ, ਵਧੀਆ ਗੱਲ ਹੈ ਜੀ, ਬੜੀ ਵਧੀਆ ਗੱਲ। ਦੇਖੋ ਜਿਹੜਾ ਸਾਰਿਆਂ ਨੂੰ ਇਹਦੇ ਵਿੱਚ ਹੱਕ ਬੋਲਣਾ ਚਾਹੀਦਾ, ਜਿਸ ਤਰ੍ਹਾਂ ਦੂਸਰੀਆਂ ਜਿਹੜਾ ਇਹ ਕਿਸਾਨੀ ਮੁੱਦਾ ਇਹਨੂੰ ਢਾਹ ਲਾਉਣ ਵਾਸਤੇ ਇਹ ਵੱਡੀ ਸਾਜ਼ਿਸ਼ ਰਚੀ ਗਈ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਰਬਲੋਧੀ ਗ੍ਰੰਥ ਦੀ ਬੇਅਦਬੀ ਕਰਾਉਣ ਵਾਸਤੇ ਇੱਥੇ ਜਿਹੜੇ ਬੰਦਾ ਭੇਜਿਆ ਗਿਆ ਉਹਦੇ ਮਗਰ ਇੱਕ ਵੱਡਾ ਮਕਸਦ ਹੈ। ਉਹ ਅਸੀਂ ਕਹਿੰਦੇ ਬਾਹਰ ਆਉਣਾ ਚਾਹੀਦਾ। ਜਿਹਨੇ ਭੇਜਿਆ, ਕਿਹਨੇ ਕਰਾਇਆ, ਇਸ ਮੋਰਚੇ ਨੂੰ ਖਤਮ ਕਰਨ ਵਾਸਤੇ, ਤਾਰ ਪੀਡੋ ਕਰਨ ਵਾਸਤੇ ਇਹ ਜਿਹੜੀ ਸਾਜ਼ਿਸ਼ ਵੱਡੇ ਪੱਧਰ 'ਤੇ ਰਚੀ ਗਈ ਆ। ਪਰ ਮੈਂ ਇੱਕ ਦਾਅਵੇ ਨਾਲ ਇਹ ਵੀ ਗੱਲ ਕਹਿਣਾ ਚਾਹੁੰਦਾ ਤੁਹਾਨੂੰ, ਚਾਹੇ ਲਿਖ ਕੇ ਲੈ ਲਓ ਮੇਥੋਂ, ਬਈ ਇਸ ਦਾ ਬੇਅਦਬੀ ਦਾ ਜਿਹੜਾ ਮੁੱਦਾ ਹੈ, ਜਿਹੜੀ ਸੱਚਾਈ ਹੈ, ਉਹ ਨਹੀਂ ਨਿਕਲਣੀ ਨਾ ਗੌਰਮੈਂਟ ਕੱਢ ਕੇ ਦੇਵੇ। ਹੁਣ ਤੱਕ ਨਹੀਂ ਦਿੱਤੀਆਂ ਸਾਨੂੰ 84 ਤੋਂ ਲੈ ਕੇ ਗੁਰੂ ਸਾਹਿਬ ਵੇਲੇ ਦੀਆਂ ਬਰਗਾੜੀ ਕਾਂਡ ਦੀਆਂ ਹੁਣ ਤੱਕ ਨਹੀਂ ਇਨਸਾਫ ਮਿਲਿਆ। ਅਤੇ ਇਹ ਕਾਂਡ ਦਾ ਤਾਂ ਅਸੀਂ ਨਹੀਂ ਮੰਨਦੇ ਵੀ ਸਰਕਾਰ ਕੱਢ ਕੇ ਦੇ ਦਿਓ, ਪਰ ਅਸੀਂ ਚਾਹੁੰਦੇ ਹਾਂ ਵੀ ਇਸ ਦੀ ਤਹਿਕੀਕਾਤ ਤੱਕ, ਇਹਦੀਆਂ ਜੜ੍ਹਾਂ ਤੱਕ ਜਾਇਆ ਜਾਵੇ। ਕਿਹਨੇ ਭੇਜਿਆ ਉਹ ਬੰਦਾ, ਕਰਾਉਣ ਵਾਲਾ ਕੌਣ ਹੈ, ਕਿਹਦਾ ਹੱਥ ਆ ਇਹਦੇ ਵਿੱਚ। ਸਾਜ਼ਿਸ਼ ਬਹੁਤ ਵੱਡੀ ਆ। ਹੋਰ ਵੀ ਹਜੇ ਤਾਂ ਸਾਜ਼ਿਸ਼ਾਂ ਇਸ ਮੋਰਚੇ ਨੂੰ ਖਤਮ ਕਰਨ ਵਾਸਤੇ ਰਚੀਆਂ ਜਾ ਰਹੀਆਂ ਨੇ। ਸਾਰਿਆਂ ਨੂੰ ਸਾਨੂੰ ਗੌਰ ਕਰਨੀ ਚਾਹੀਦੀ ਆ, ਸਤਰਕ ਰਹਿਣਾ ਚਾਹੀਦਾ। ਕਦੇ ਅੱਗ ਲੱਗ ਗਈ, ਕਦੇ ਕੁਛ ਹੋ ਗਿਆ। ਅਸੀਂ ਪਹਿਲਾਂ ਵੀ ਦੇਖੋ ਨਿਹੰਗ ਸਿੰਘ ਜਥੇਬੰਦੀਆਂ ਜੋ 26 ਜਨਵਰੀ ਤੋਂ ਪਹਿਲਾਂ ਦੀ ਗੱਲ ਆ, ਹੋ ਸਕਦਾ ਤੁਹਾਡੇ ਚੈਨਲ ਦੇ ਵਿੱਚ ਵੀ ਆਈ ਹੋਵੇ, ਪਾਈ ਵੀ ਸੀਗੀ ਉਸ ਟਾਈਮ, ਹੈਗੇ ਸੀ ਉੱਥੇ ਟਾਈਮ। ਉਹਨੂੰ 2 ਅਸੀਂ ਪੁਲਿਸ ਵਾਲੇ ਫੜੇ ਸੀ ਨਸ਼ੇ ਦੀ ਹਾਲਤ ਦੇ ਵਿੱਚ।
ਤੇ ਜਦੋਂ ਉਹਨਾਂ ਨੂੰ ਪੁੱਛਿਆ ਤੁਸੀਂ, ਉਹ ਕਹਿੰਦੇ ਵੀ ਸਾਨੂੰ ਸਰਕਾਰ ਨੇ ਭੇਜਿਆ। ਦਿੱਲੀ ਪੁਲਿਸ ਦੇ ਬੰਦੇ ਸੀ, ਉਹਨਾਂ ਦਾ ਨਾਂ ਵੀ ਦੱਸਿਆ ਸੀ ਉਸ ਟਾਈਮ ਮੈਂ, ਉਹਨਾਂ ਨੇ ਨੰਬਰ ਪਲੇਟਾਂ ਬਕਾਇਦਾ ਲੱਗੀਆਂ ਹੋਈਆਂ ਸੀ। ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ 26 ਜਨਵਰੀ ਨੂੰ ਕਿਸਾਨਾਂ ਉੱਤੇ ਗੋਲਾਬਾਰੀ ਵੀ ਕਰਾਂਗੇ, ਅਸੀਂ ਲਾਠੀਚਾਰਜ ਵੀ ਕਰਾਂਗੇ, ਜਿਹੜਾ ਕੁਛ ਹੋਇਆ ਅਸੀਂ ਹਮਲਾ ਕਰਾਂਗੇ। ਅਸੀਂ ਉਹਨਾਂ ਨੂੰ ਫੜ ਕੇ ਕਿਸਾਨ ਜਿਹੜੇ ਜਥੇਬੰਦੀਆਂ ਦੇ ਉਸ ਟਾਈਮ ਵਲੰਟੀਅਰ ਸੀ, ਉਦੋਂ ਬਹੁਤ ਇਕੱਠ ਹੁੰਦਾ ਸੀ, ਉਹ ਫੜਾਏ। ਦੱਸਿਆ ਇਹਨਾਂ ਨੂੰ, ਇਹਨਾਂ ਨੇ ਪਤਾ ਨਹੀਂ ਕਹਾਂ ਪੁਲਿਸ ਨੂੰ ਫੜਾਏ ਜਾਂ ਕੀ ਕਰਿਆ, ਇਹ ਇਹਨਾਂ ਨੂੰ ਪਤਾ। ਪਰ ਉਹਨਾਂ ਦੀਆਂ ਜਿਹੜੀਆਂ ਗੱਲਾਂ ਕਹੀਆਂ ਹੋਈਆਂ ਸੀਗੀਆਂ ਉਹ 26 ਜਨਵਰੀ ਨੂੰ ਪੂਰੀਆਂ ਹੋਈਆਂ। ਸਰਕਾਰ ਨੇ ਸਾਡੇ ਬੰਦਿਆਂ ਉੱਤੇ ਅਟੈਕ ਕੀਤਾ, ਤੁਸੀਂ ਦੇਖਿਆ ਹੀ ਆ। ਭਾਈ ਨਵਰੀਤ ਸਿੰਘ ਦੀ ਗੋਲੀ ਲੱਗ ਕੇ ਉਸ ਵੇਲੇ ਇਹਨਾਂ ਨੇ ਹੱਤਿਆ ਕੀਤੀ, ਉਹਨੂੰ ਸ਼ਹੀਦ ਕੀਤਾ। ਤੇ ਲਾਠੀਚਾਰਜ ਵੀ ਬਹੁਤ ਥਾਵੇਂ ਹੋਇਆ। ਜਦੋਂ ਇਹਨਾਂ ਨੇ ਰਾਹ ਦੇਤਾ ਸੀ, ਫਿਰ ਲਾਠੀਚਾਰਜ ਦਾ ਗੋਲੀ ਚਲਾਉਣ ਦਾ ਕੀ ਮਕਸਦ ਸੀਗਾ। ਤੇ ਇਹ ਸਾਰੀਆਂ ਇਲਜ਼ਾਮ ਜਾਂ ਸਾਰੀ ਜਿਹੜੀ ਸਾਜ਼ਿਸ਼ ਹੈ ਸਰਕਾਰਾਂ ਵੱਲੋਂ ਘੜੀਆਂ ਜਾਂਦੀਆਂ ਨੇ। ਇਸ ਕਰਕੇ ਇਹਦੀ ਸੱਚਾਈ ਤੱਕ ਤਹਿ ਤੱਕ ਪਹੁੰਚਣਾ ਚਾਹੀਦਾ। ਸਾਨੂੰ ਦਲਿਤ ਦਾ ਮੁੱਦਾ ਨਹੀਂ ਉਛਾਲਣਾ ਚਾਹੀਦਾ। ਮੈਂ ਦੁਬਾਰਾ ਫੇਰ ਰਿਪੀਟ ਬਿਆਨ ਆਇਆ ਬੜਾ ਗੱਲ ਹੈ ਜੀ, ਬਿੱਟਾ ਮਹਿੰਦਰਜੀਤ ਸਿੰਘ ਬਿੱਟਾ ਨਹੀਂ ਕਾਂਗਰਸ ਦਾ। ਚਲੋ ਇੱਥੇ ਬਿੱਟੇ ਦੇ ਵੀ ਬਿਆਨ ਰਹੇ ਨੇ, ਇੱਥੇ ਢੱਡਰੀਆਂ ਵਾਲਾ ਵੀ ਬੋਲਦਾ, ਇੱਥੇ ਪਤਾ ਨਹੀਂ ਕਿੰਨੇ ਕੁ ਰੌਲਾ ਪਾਈ ਜਾਂਦੇ ਨੇ। ਬਿੱਟੇ ਦਾ ਬਿਆਨ ਹੈ ਮਨਿੰਦਰਜੀਤ ਸਿੰਘ ਬਿੱਟਾ ਜਿਹੜਾ ਕਾਂਗਰਸ ਦਾ ਹੈ ਯੂਥ ਦਾ, ਵੀ ਉੱਥੇ ਆਤੰਕਵਾਦੀ ਉਹਨਾਂ ਨੇ ਬੰਦਾ ਮਾਰਤਾ ਜੀ, ਜੋ ਕਰਤਾ ਆਹ ਕਰਤਾ। ਉਹਨੂੰ ਇਹ ਪੁੱਛਣ ਵਾਲਾ ਹੋਵੇ ਵੀ ਜੇ ਸਿੰਘਾਂ ਨੇ ਬੰਦਾ ਮਾਰਤਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਰ ਲਿਆ, ਵੀ ਜਿਹੜਾ ਤੁਸੀਂ ਕਾਂਗਰਸ ਨੇ 84 ਦੇ ਵਿੱਚ ਘਾਣ ਕੀਤਾ ਹੈ, ਨਿੱਕੇ ਨਿੱਕੇ ਬੱਚੇ ਅੱਗ ਲਾ ਸਾੜੇ ਆ, ਟਾਇਰ ਪਾ ਗਲਾ 'ਚ ਜਨਾਨੀਆਂ ਬੱਚੇ ਆ, ਕਿੰਨੇ ਤੁਸੀਂ ਰੇਪ ਕੀਤੇ ਆ। ਇਹ ਮਨਿੰਦਰਜੀਤ ਸਿੰਘ ਬਿੱਟੇ ਨੂੰ ਪੁੱਛਣਾ ਵੀ ਤੂੰ ਪੱਗ ਬੰਨ੍ਹਦਾ, ਤੂੰ ਆਪ ਸਰਦਾਰ ਹੈ, ਪੱਗ ਬੰਨੀ ਹੋਈ ਆ। ਉਹ ਕਹਿੰਦਾ ਵੀ ਅੱਤਵਾਦੀ ਹੈ, ਕੋਈ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਨਹੀਂ। ਉਹਨੂੰ ਪੁੱਛਣ ਵਾਲਾ ਹੋਵੇ ਵੀ ਜੇ ਅੱਜ ਉੱਤੇ ਜ਼ੁਲਮ ਹੋਇਆ ਹੈ, ਤੁਸੀਂ ਕਾਂਗਰਸ ਨੇ ਕਿੰਨੀ ਕੁ ਘੱਟ ਕੀਤੀ ਸੀ ਸਿੱਖਾਂ ਤੇ, ਟਾਇਰ ਗਲਾ 'ਚ ਪਾ ਸਾੜੇ ਤੁਸੀਂ ਸਿੱਖ। ਉਸ ਟਾਈਮ ਸਿੱਖਾਂ ਨੂੰ ਤੁਸੀਂ ਦੱਸੋ ਕਿੰਨਾ ਇਨਸਾਫ ਦਿੱਤਾ, ਨਿੱਕੇ ਨਿੱਕੇ ਬੱਚੇ ਨੇ ਛੱਡੇ, ਸਾਡੀਆਂ ਧੀਆਂ ਭੈਣਾਂ ਦੇ ਕਿੰਨੇ ਤੁਸੀਂ ਬਲਤਕਾਰ ਕੀਤੇ 84 'ਚ। ਤੁਸੀਂ ਉਹ ਇਨਸਾਫ ਤੇ ਸਾਨੂੰ ਦੇ ਦਿਓ, ਉਹ ਸਬੂਤ ਤੇ ਤੁਹਾਡੇ ਕੋਲ ਹੈਗੇ ਕਾਂਗਰਸ ਦੇ ਕੋਲ। ਜੇ ਤੁਹਾਨੂੰ ਇਹ ਤਕਲੀਫ ਹੁੰਦੀ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ, ਵੀ ਇੱਥੇ ਬੰਦਾ ਸੋਹਤਾ ਨਿਹੰਗ ਸਿੰਘਾਂ ਨੇ, ਤੁਹਾਡੇ ਕੋਲ 84 ਦੇ ਸਬੂਤ ਸਾਰੇ ਆ, ਵੀ ਕਿੰਨੇ ਤੁਸੀਂ ਸਿੱਖ ਮਾਰੇ ਆ, ਕਿੰਨੇ ਗਲਾ 'ਚ ਟਾਇਰ ਪਾ ਸਾੜੇ, ਕਿੰਨੀਆਂ ਭੈਣਾਂ ਦਾ ਰੇਪ ਹੈ, ਨਿੱਕੇ ਨਿੱਕੇ ਬੱਚੇ ਵੀ ਤੁਸੀਂ ਅੱਗ ਲਾ ਸਾੜੇ ਤੁਸੀਂ ਕਾਂਗਰਸ ਨੇ 84 ਵੇਲੇ। ਤੁਸੀਂ ਸਾਨੂੰ ਉਹ ਇਨਸਾਫ ਜ਼ਰੂਰ ਦਿਓ, ਉਹ ਪ੍ਰੂਫ ਤੁਹਾਡੇ ਕੋਲ ਬਿੱਟਾ ਜੀ, ਸੁਣ ਲਓ ਧਿਆਨ ਦੇ ਨਾਲ। ਜੇ ਤੁਹਾਨੂੰ ਤਕਲੀਫ ਇਹ ਹੋ ਰਹੀ ਨਾ ਵੀ ਇਹ ਆਤੰਕਵਾਦੀ ਹੈ, ਅੱਤਵਾਦੀ ਹੈ, ਤੁਸੀਂ ਦੱਸੋ ਵੀ ਕਿਹੜੇ ਅੱਤਵਾਦੀ ਜਿਹੜਾ ਤੁਸੀਂ ਪੰਜਾਬ ਦੇ ਲੋਕ 84 ਦੇ ਵਿੱਚ ਜਾੜਤੇ, ਤੁਸੀਂ ਘਰ ਹਜੇ ਤੱਕ ਉਜੜੇ ਘਰ ਨਹੀਂ ਵਸੇ। सर एक मेरा एक सवाल था आपसे। बोलो बोलो बोलो। सर मेरा एक आपसे सवाल था राजा राज सिंह जी। हाँ जी। अभी आपने आपका एक बयान भी सामने आया था कि जो इस पूरे हत्याकांड में शामिल थे वो 4 निहंगों को हमने पुलिस को आत्मसमर्पण कर दिया है। अब कोई पुलिस गिरफ्तारी करती है तो उसके बाद क्या आपका एक्शन है? गिरफ्तारी तो हो गई ना। देखो ਜਿਹੜੇ ਸੀਗੇ जो हमको बताया गया था जिन्हों के आरोप थे वो सभी गिरफ्तार हुए। अब गिरफ्तारी का मतलब रह नहीं जाता। अब क्या मतलब है, जिन्होंने किया था सरेंडर कर दिया, जिन्होंने किया था उन्होंने जब इकबाल जुर्म सबके सामने, मीडिया के सामने, जज के सामने इकबाल कर लिया तो फिर तो अगर किसी को और गिरफ्तार करते हैं फिर तो ये तो ज्यादती होगी। मैं पूछना चाहता हूँ आपसे भी देखो हमको आतंकवादी बिट्टा बता रहा है और भी बता अतवादी हैं तो बिट्टा उदों तेन शर्म नहीं आई ਜਦੋਂ ਲਖੀਮਪੁਰ ਖੀਰੀ ਦੇ ਵਿੱਚ ਸ਼ਰੇਆਮ ਭਾਜਪਾ ਦੇ ਬੰਦਿਆਂ ਨੇ ਕਿਸਾਨਾਂ ਨੂੰ ਦਰੜ ਕੇ ਮਾਰਤਾ, ਗੋਲੀ ਮਾਰ ਕੇ ਮਾਰਤਾ, ਉਦੋਂ ਦਾ ਤੇਰਾ ਜ਼ੁਬਾਨ ਖੁੱਲੀ ਨਹੀਂ। ਹੁਣ ਕੁੱਤੇ ਵਾਂਗੂ ਭੌਂਕੀ ਜਾਣਾ। ਜੇ ਤੇਰੇ ਜ਼ੁਰਤ ਆ ਅਸੀਂ ਸਾਹਮਣੇ ਬਹਿਨੇ, ਸਾਡੇ ਸਾਹਮਣੇ ਬੈਠੇ ਗੱਲ ਕਰ, ਸਾਰੀਆਂ ਗੱਲਾਂ ਜਵਾਬ ਦੇਵਾਂਗੇ। ਉੱਥੇ ਕੁੱਤੇ ਵਾਂਗੂ ਨਾ ਭੌਂਕ, ਅਸੀਂ ਸਾਰੀਆਂ ਸਵਾਲਾਂ ਦਾ ਜਵਾਬ ਦੇਣ ਨੂੰ ਤਿਆਰ ਹਾਂ। ਅੱਤਵਾਦੀ ਅਸੀਂ ਆ ਜਾਂ ਉਸ ਟਾਈਮ ਤੁਸੀਂ ਲੋਕ ਤੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਮਾਰਿਆ, ਬੇਅੰਤੇ ਬੁੱਚੜ ਵਰਗਿਆਂ ਨੇ। ਉਸ ਟਾਈਮ ਤੁਸੀਂ ਸਾਡੀ ਸਿੱਖ ਕੌਮ ਦਾ ਕਾਂਗਰਸ ਨੇ ਘਾਣ ਕਰਕੇ ਰੱਖਤਾ। ਅੱਜ ਤੁਸੀਂ ਸਾਨੂੰ ਅੱਤਵਾਦੀ ਦੱਸਦੇ ਹੋ। ਉਹ ਠੱਲ ਤਾਂ ਹੀ ਪੈਣੀ ਜੇ ਬੇਅੰਤਾ ਬੁੱਚੜ ਮਾਰਿਆ ਤਾਂ ਠੱਲ ਪਈ ਨੌਜਵਾਨਾਂ ਨੂੰ। ਨਹੀਂ ਤੁਸੀਂ ਕੋਈ ਛੱਡਿਆ ਹੀ ਨਹੀਂ, ਬਰਾਤ ਹੀ ਨਹੀਂ ਚੜ੍ਹੀ ਪੰਜਾਬ ਦੇ ਵਿੱਚ 20 ਸਾਲ। ਤੁਸੀਂ ਅੱਜ ਗੱਲਾਂ ਕਰਦੇ ਹੋ, ਸਾਨੂੰ ਅੱਤਵਾਦੀਆਂ ਦਾ ਖਿਤਾਬ ਦਿੰਦੇ ਹੋ। ਹੁਣ ਤੱਕ ਗੁਰੂ ਸਾਹਿਬ ਦੀਆਂ ਬੇਅਦਬੀਆਂ ਦਾ ਹੁਣ ਠੱਲ ਪਊਗੀ। ਜੇ ਅੱਜ ਤੋਂ ਬਾਅਦ ਕੋਈ ਬੇਅਦਬੀ ਕਰਦੇ ਆ ਕਹਿ ਦਿਓ। ਜਿਨ੍ਹਾਂ ਨੇ ਕਰੀ ਆ, ਜਿਨ੍ਹਾਂ ਨੇ ਕਰੀ ਉਹਨਾਂ ਨੂੰ ਸਜ਼ਾ ਦਿੱਤੀ ਆ
ਤੇ ਜਿਨ੍ਹਾਂ ਨੇ ਸੋਧਿਆ ਸਿੰਘਾਂ ਨੇ ਉਹ ਮੁਕਰੇ ਨਹੀਂ, ਉਹਨਾਂ ਨੇ ਹਿੱਕ ਟੋਕ ਕੇ ਕਿਹਾ ਵੀ ਅਸੀਂ ਸੋਧਿਆ, ਅਸੀਂ ਸਿਲੰਡਰ ਕਰਦੇ ਹਾਂ। ਇਹਦੇ ਵਿੱਚ ਗੱਲਾਂ ਕਿਹੜੀਆਂ ਅੱਤਵਾਦੀ ਦਾ? ਜੇ ਅਸੀਂ ਇੱਥੇ ਸ਼ਾਂਤੀ ਬਣਾਈ ਰੱਖਣਾ ਤਾਂ ਹੀ ਉਹਨਾਂ ਸਿਲੰਡਰ ਕਿਤੇ ਭੱਜ ਨਹੀਂ ਜਾਂਦੇ। ਅੱਛਾ, ਜਿਹੜਾ ਅੱਤਵਾਦੀ ਉਹ ਭੱਜ ਜੂਗਾ, ਉਹਨਾਂ ਦਾ ਕੰਮ ਨਾ ਭੱਜਣਾ। ਜਿਵੇਂ ਉਹ ਮਿਸਰਾ ਭੱਜਿਆ, ਫੜ ਕੇ ਮਸਾਂ ਲਿਆਂਦਾ ਅਦਾਲਤ ਦੇ ਕਹੇ ਤੇ, ਸਰੈਂਡਰ ਨਹੀਂ ਉਹਨੇ ਕਰਿਆ। ਮਸਾਂ ਜਦੋਂ ਸਾਫਾ ਅਦਾਲਤ ਦਾ ਪਿਆ ਫਿਰ ਉਹ ਆਇਆ। ਉਹ ਅੱਤਵਾਦੀ ਉਹ ਨੇ। ਭਾਰਤ ਦੀ ਸਰਕਾਰ ਆ ਅੱਤਵਾਦੀ ਹੈ ਇਸ ਵੇਲੇ, ਮੋਦੀ ਸਰਕਾਰ ਅੱਤਵਾਦੀ ਹੈ, ਜਿਹੜਾ ਸਾਡੇ ਉੱਤੇ ਜ਼ੁਲਮ ਕਰ ਰਹੀ ਆ, ਜਿਹੜੇ ਸਾਡੇ ਕਿਸਾਨਾਂ ਨੂੰ ਦਰੜ ਕੇ ਮਾਰਿਆ ਜਾ ਰਿਹਾ, ਕਿਤੇ ਲਾਠੀ ਚਾਰਜ ਕਰਕੇ ਮਾਰਿਆ ਜਾ ਰਿਹਾ। ਅੱਤਵਾਦੀ ਕਾਂਗਰਸ ਹੈ ਜਿਹਨੇ ਸਿੱਖਾਂ ਨੂੰ ਕੋਹ ਕੇ ਮਾਰਿਆ। ਅੱਤਵਾਦੀ ਉਹ ਲੋਕ ਨੇ ਜਿਹੜੇ ਇਨਸਾਨੀਅਤ ਦਾ ਕਤਲ ਕਰ ਰਹੇ ਨੇ, ਜਿਹਨੂੰ ਗੁਰੂ ਦੀ, ਰਮਾਇਣ ਦੀ, ਕੁਰਾਨ ਦੀ ਜਾਂ ਕਿਸੇ ਸਤਿਕਾਰਯੋਗ ਹਸਤੀ ਦੀ ਕੋਈ ਪਰਵਾਹ ਹੀ ਨਹੀਂ। ਉਹਨੂੰ ਦਿਨੇ ਅੱਗ ਲਾ ਕੇ ਉਹਨੂੰ ਦਿਨੇ ਲਾ ਉਹਨਾਂ ਦੀ ਸਰੂਪਾਂ ਦੀ ਬੇਅਦਬੀ ਕੀਤੀ ਜਾ ਰਹੀ। ਅੱਤਵਾਦੀ ਵੱਡੇ ਉਹ ਨੇ, ਅਸੀਂ ਨਹੀਂ। ਅਸੀਂ ਅਮਨ ਪਸੰਦ ਦੇਸ਼ ਆ। ਮੈਂ ਬਿੱਟੇ ਨੂੰ ਪੁੱਛਣਾ ਚਾਹੁੰਦਾ ਹੈ ਵੀ ਤੈਂ ਉਦੋਂ ਅੱਤਵਾਦੀ ਕਿਉਂ ਨਹੀਂ ਦੱਸਿਆ ਜਦੋਂ ਸਾਰੇ ਭਾਰਤ ਦੇ ਵਿੱਚ ਕਰੋਨਾ ਮਹਾਮਾਰੀ ਪਈ? ਉੱਥੇ ਇਹਨਾਂ ਨੇ ਜਾ ਕੇ ਸਾਰੇ ਲੰਗਰ ਚਲਾਏ। ਉਦੋਂ ਅਸੀਂ ਕਿੱਥੇ ਸੀ? ਉਦੋਂ ਅਸੀਂ ਸੇਵਾਦਾਰ ਬਣ ਗਏ ਸੀਗੇ। ਅੱਜ ਤੂੰ ਸਾਨੂੰ ਅੱਤਵਾਦੀ ਦੱਸਦਾ। ਤੈਂ ਉਦੋਂ ਅੱਤਵਾਦੀ ਕਿਉਂ ਨਹੀਂ ਦੱਸਿਆ ਜਦੋਂ ਸਾਡੇ ਬੱਚੇ ਸਰਹੰਦਾਂ ਦੇ ਉੱਤੇ ਲੜਦੇ ਨੇ ਜਾ ਕੇ, ਉੱਥੇ ਫੌਜੀ ਦੀ ਦੇਸ਼ ਦੀ ਰਖਵਾਲੀ ਕਰਦੇ ਨੇ ਭਾਰਤ ਦੇ? ਉਹ ਅੱਤਵਾਦੀ ਨਹੀਂ। ਹੁਣ ਸਾਡੇ ਅੱਜ ਪੰਜਾਬ ਦੇ 5 ਨੌਜਵਾਨ ਸਿੱਖ ਆਪਦੀ ਸ਼ਹਾਦਤ ਦਿੱਤੀ ਆ। ਹਫ਼ਤਾ ਹਜੇ ਹੋਇਆ ਨਹੀਂ ਹੈਗਾ। ਗੱਜਣ ਸਿੰਘ ਵਰਗੇ ਨੌਜਵਾਨ ਜਿਹੜੇ ਹਜੇ ਸਾਲ ਇੱਕ ਵਿਆਹ ਨੂੰ ਵੀ ਨਹੀਂ ਹੋਇਆ ਚੰਗੀ ਤਰ੍ਹਾਂ, ਉਹਨਾਂ ਨੇ ਗ੍ਰਸਤੀ ਜੀਵਨ ਵੀ ਮਾਣਿਆ ਨਹੀਂ। ਉਹ ਤੁਹਾਡੇ ਵਰਗੇ ਟੈਰਰਿਸਟ ਲੋਕਾਂ ਨੇ ਜਿਹੜੇ ਕੁਰਸੀਆਂ 'ਤੇ ਬਹਿ ਕੇ ਸਾਜ਼ਿਸ਼ਾਂ ਘੜਦੇ ਨੇ, ਚਾਹੇ ਉਹ ਪੁਲਵਾਮਾ ਦਾ ਕਾਂਡ ਹੋਵੇ, ਆਪਦੇ ਦੇਸ਼ ਦੇ ਫੌਜੀਆਂ ਨੂੰ ਦਿਨ ਦਿਹਾੜੇ ਮਾਰ ਦੇਣਾ, ਕੋਈ ਉਹ ਕਿਸੇ ਕੋ ਨਾ ਕੱਢਣੀ। ਅੱਤਵਾਦੀ ਕੌਣ ਆ? ਅਸੀਂ ਅੱਤਵਾਦੀ ਨਹੀਂ। ਅੱਤਵਾਦੀ ਤੁਸੀਂ ਕੁਰਸੀਆਂ 'ਤੇ ਬੈਠਣ ਵਾਲੇ ਲੋਕ ਹੋ। ਕਾਂਗਰਸ ਅੱਤਵਾਦੀ ਹੈ, ਭਾਜਪਾ ਅੱਤਵਾਦੀ ਹੈ। ਉਹ ਲੋਕ ਅੱਤਵਾਦੀ ਨੇ ਜਿਹੜੇ ਭਾਰਤ ਦੀ ਜਨਤਾ ਨੂੰ ਕੁਚਲਣਾ ਚਾਹੁੰਦੇ ਨੇ, ਇਹਨਾਂ ਦੇ ਹੱਕਾਂ ਨੂੰ ਮਾਰਨਾ ਚਾਹੁੰਦੇ ਨੇ, ਡਾਕੇ ਮਾਰ ਰਹੇ ਨੇ, ਸਾਨੂੰ ਕੁੱਟ ਕੇ ਮਾਰਿਆ ਜਾ ਰਿਹਾ, ਸਾਡੇ ਉੱਤੇ ਕੇਸ ਪਾਏ ਜਾ ਰਹੇ, ਜੇਲ੍ਹਾਂ ਵਿੱਚ ਜ਼ਬਰਦਸਤੀ ਸੁੱਟਿਆ ਜਾ ਰਿਹਾ, ਸਾਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ। ਤੁਸੀਂ ਅੱਤਵਾਦੀ ਹੋ, ਅਸੀਂ ਅੱਤਵਾਦੀ ਨਹੀਂ। ਅਸੀਂ ਸੱਤਵਾਦੀ ਹਾਂ, ਸੱਚ ਦੀ ਗੱਲ ਕਰਨ ਵਾਲੇ ਹਾਂ। ਜੇ ਤੁਹਾਡੇ ਕਿਸੇ ਵੀ ਲੀਡਰ ਦੀ ਜ਼ਰੂਰਤ ਆ, ਅਸੀਂ ਬਹਿਣਾ, ਸਾਡੇ ਸਾਹਮਣੇ ਬੈਠ ਕੇ ਗੱਲ ਕਰੋ, ਅਸੀਂ ਤਿਆਰ ਹਾਂ। ਤੁਹਾਡੇ ਸਵਾਲਾਂ ਦਾ ਜਵਾਬ ਦੇਵਾਂਗੇ, ਤੁਸੀਂ ਸਾਡੇ ਸਵਾਲਾਂ ਦਾ ਜਵਾਬ ਦਿਓ ਜੇ ਤੁਹਾਡੇ ਵਿੱਚ ਜ਼ਰੂਰਤ ਹੈਗੀ ਤਾਂ। ਨਹੀਂ, ਲੋਕਾਂ ਨੂੰ ਲੜਾ ਕੇ ਨਾ ਮਾਰੋ। ਇਸ ਘਟਨਾ ਦੀ ਜੇ ਗੱਲ ਕਰੀਏ ਤੇ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਦਾ ਪ੍ਰਚਾਰ ਹੋ ਰਿਹਾ ਹੈ, ਇਹ ਤਾਂ ਕਹਿ ਦਿੱਤਾ ਜਾ ਰਿਹਾ ਹੈ ਕਿ ਤਾਲੀਬਾਨੀ ਘਟਨਾ ਜਿਹੜੀ ਹੈ ਉਹ ਇੱਥੇ ਅੰਜਾਮ ਦਿੱਤਾ ਗਿਆ। ਇਸ ਤਰ੍ਹਾਂ ਦਾ ਪ੍ਰਚਾਰ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਸੋਸ਼ਲ ਮੀਡੀਆ। ਉਹਨਾਂ ਨੇ ਸਾਨੂੰ ਤਾਲੀਬਾਨੀ ਘਟਨਾ, ਉਹ ਜਿਹੜੇ ਬੇਨਤੀ ਆ ਉਹਨਾਂ ਨੂੰ, ਜੇ ਕੋਈ ਸ਼ਿਵ ਸੈਨਾ ਵਾਲਾ ਜਾਂ ਕੋਈ ਬਿੱਟਾ ਜਾਂ ਡਾਕਟਰ ਗੁਰਿੰਦਰ ਸਿੰਘ ਆ, ਜਿਨ੍ਹਾਂ ਨੂੰ ਵੀ ਇਹ ਤਕਲੀਫ ਹੈ, ਅਸੀਂ ਇੱਥੇ ਸਿੰਘੂ ਬਾਰਡਰ ਤੇ ਬੈਠੇ, ਸਾਨੂੰ ਆ ਕੇ ਮਿਲ ਲੈਣਾ, ਅਸੀਂ ਦੱਸ ਦਿੰਦੇ ਹਾਂ। 10 ਵੱਲੋਂ FIR ਕਰਾਈ ਗਈ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ। ਮੇਰੇ ਤੋਂ ਪੁੱਛ ਲੈਣ ਕੀ ਪੁੱਛਣਾ ਆ ਕੇ, ਐਵੇਂ ਉੱਥੇ ਬੈਠ ਕੇ ਫੇਸਬੁੱਕ ਤੇ ਭੌਂਕਣ ਦਾ ਕੀ ਫਾਇਦਾ? ਸਾਹਮਣੇ ਆ ਕੇ ਫੇਸ ਟੂ ਫੇਸ ਸਾਡੇ ਨਾਲ ਗੱਲ ਕਰਨ, ਅਸੀਂ ਦੱਸਦੇ ਹਾਂ, ਪੁੱਛੋ ਕੀ ਪੁੱਛਣਾ। ਸਾਨੂੰ ਉਹਨਾਂ ਨੇ ਤਾਲੀਬਾਨੀ ਕਹਿਤਾ, ਤੁਹਾਡੇ ਸਵਾਲ ਦਾ ਜਵਾਬ ਆ। ਤੇ ਜਦੋਂ ਕਿਸਾਨਾਂ ਉੱਤੇ ਤੁਰੇ ਜਾਂਦੇ ਉੱਤੇ ਨਿਹੱਤਿਆਂ ਉੱਤੇ ਉਹਨਾਂ ਨੇ ਜੀਪ ਚੜਾ ਕੇ ਮਾਰਿਆ, ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਗਿਆ। ਉਹ ਕੌਣ ਸੀਗੇ? ਉਹ ਦੇਸ਼ ਭਗਤ ਸੀਗੇ? ਉਹ ਮੈਨੂੰ ਦੱਸੋ ਵੀ ਉਹ ਦੇਸ਼ ਭਗਤ ਹੋ ਗਏ, ਅਸੀਂ ਤਾਲਿਬਾਨੀ ਹੋ ਗਏ? ਅੱਜ ਜਦੋਂ ਪੇਸ਼ੀ ਹੋਈ ਹੈ ਚਾਰੋਂ ਸਿੰਘਾਂ ਦੀ ਕੋਰਟ ਦੇ ਵਿੱਚ, ਪੁਲਿਸ ਇੱਕ ਹੋਰ ਥਿਊਰੀ ਲੈ ਕੇ ਆਈ ਹੈ। ਉਹ ਕਹਿੰਦੇ ਹਜੇ 3 ਤੋਂ 4 ਹੋਰ ਸਿੰਘ ਜਿਹੜੇ ਨੇ ਉਹਨਾਂ ਦੀ ਵੀ ਪਛਾਣ ਕਰਨੀ ਹੈ। ਉਹ ਕਹਿੰਦੇ ਜੀ ਜਿਹੜੇ ਸਿੰਘ ਹਜੇ ਜਿਨ੍ਹਾਂ ਨੇ ਗ੍ਰਿਫਤਾਰੀ ਦਿੱਤੀ ਹੈ, ਉਹ ਸਿੰਘ ਉਹਨਾਂ ਨੂੰ ਚਿਹਰੇ ਤੋਂ ਜਾਣਦੇ ਨੇ, ਵੈਸੇ ਉਹਨਾਂ ਦੇ ਨਾਂ ਨਹੀਂ ਪਤਾ, ਇਸ ਕਰਕੇ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਸਕਦੀ ਹੈ। ਇਸ ਤਰ੍ਹਾਂ ਦੀ ਥਿਊਰੀ ਜਿਹੜੀ ਹੈ ਕੋਰਟ ਦੇ ਵਿੱਚ ਅੱਜ ਪੁਲਿਸ ਪੇਸ਼ ਕਰਦੀ ਨਜ਼ਰ ਆ ਰਹੀ ਹੈ। ਦੇਖੋ, ਇਹ ਸਰਕਾਰ ਆ, ਜ਼ਬਰਦਸਤੀ ਬਹੁਤ ਕੁਝ ਕਰ ਸਕਦੀ ਹੈ। ਜਦੋਂ ਤਾਂ ਇਹਨਾਂ ਦੀ ਆਪਦੀ ਵਾਰੀ ਆਉਂਦੀ ਆ, ਉਦੋਂ ਤਾਂ ਗ੍ਰਹਿ ਮੰਤਰੀ ਵਰਗੇ ਮੁੰਡੇ ਨੇ ਜਿਹੜੇ ਉਹ ਕਿਸਾਨਾਂ ਨੂੰ ਕੁਚਲ ਕੇ ਮਾਰ ਦੇਣ। ਉਹਨਾਂ ਦਾ ਕੋਈ ਦੋਸ਼ ਹੀ ਨਿਰਦੋਸ਼ ਨੇ। ਉਹ ਉਸ ਟਾਈਮ ਸ਼ਾਮਲ ਵੀ ਨਹੀਂ ਹੁੰਦੇ ਵੀ ਅਸੀਂ ਤਾਂ ਇਹ ਕਾਰਨਾਂ ਦੇ ਵਿੱਚ ਸ਼ਾਮਲ ਨਹੀਂ ਸੀਗੇ, ਅਸੀਂ ਬੇਗੁਨਾਹ ਹੋ ਗਏ। ਅਤੇ ਧਮਕੀਆਂ ਦਿੱਤੀਆਂ ਜਾਂਦੀਆਂ ਨੇ। ਰਮਨ ਕਸ਼ਪ ਜਿਹੜਾ ਮੁੰਡਾ ਮਾਰਿਆ ਗਿਆ, ਉਹਦੇ ਪਰਿਵਾਰ ਨੂੰ ਅਸੀਂ ਮਿਲ ਕੇ ਆਏ ਹਾਂ। ਮੇਰੇ ਕੋਲ ਵੀਡੀਓ ਪਈ ਆ। ਉਹਨੇ ਬਕਾਇਦਾ ਕਿਹਾ ਸਾਨੂੰ ਗੌਰਮੈਂਟ ਨੇ ਦਬਾਇਆ ਜਾ ਰਿਹਾ ਵੀ ਕਿਸਾਨਾਂ ਨੇ ਕੁੱਟ ਕੇ ਮਾਰਿਆ, ਤੁਸੀਂ ਇਹ ਬਿਆਨ ਦੇਵੋ। ਉਹ ਕਹਿੰਦੇ ਅਸੀਂ ਇਹ ਬਿਆਨ ਨਹੀਂ ਦਿੰਦੇ, ਇਹ ਭਾਜਪਾ ਵਾਲਿਆਂ ਦਾ ਸਾਰਿਆਂ ਦਾ ਕੰਮ ਆ। ਅਤੇ ਸਾਨੂੰ ਜ਼ਬਰਦਸਤੀ, ਦੇਖੋ ਇਹਦੇ ਵਿੱਚ ਸਾਰਿਆਂ ਨੂੰ ਪਤਾ ਵੀ ਉਹਨਾਂ ਨੇ ਜ਼ੁਰਬਾਨ ਆਪਣੇ ਕਬੂਲ ਕਰ ਲਿਆ ਵੀ ਅਸੀਂ ਉਹਦਾ ਸੋਧਾ ਲਾਇਆ। ਫਿਰ ਇਹਦੇ ਵਿੱਚ ਦੂਸਰਿਆਂ ਨੂੰ ਹੋਰ ਇਨਵਾਈਟ ਕਰਨ ਦੀ ਕੀ ਮਤਲਬ ਆ?
ਜੇ ਹੁਣ ਇਹਦੇ ਅਸੀਂ ਵਿੱਚ ਸਾਰੇ ਧੱਕਾ ਪੰਥ ਨੂੰ ਕਰਨਗੇ ਫਿਰ ਜੀ, ਸੱਦਾ ਦੇਵਾਂਗੇ। ਜੇ ਇਹਦੇ ਵਿੱਚ ਧੱਕਾ ਕਰਨਗੇ, ਬੰਦਿਆਂ ਨੂੰ ਨਾਮਜ਼ਦ ਹੋਰ ਕਰਨਗੇ, ਫਿਰ ਇਹਦਾ ਅਸੀਂ ਵਿਰੋਧ ਕਰਾਂਗੇ। ਅਸੀਂ ਪਹਿਲੋਂ ਬੰਦੇ ਲੈ ਕਹਿ ਕੇ ਦਿੱਤੇ ਨੇ, 4 ਜਿਹੜੇ ਬੰਦੇ ਨੇ ਉਹ ਕਹਿ ਕੇ ਦਿੱਤੇ ਨੇ। ਜੇ ਹੁਣ ਉੱਪਰ ਦੀ ਗੱਲ ਕਰਨਗੇ ਕੋਈ ਚੌਥਾ 5ਵਾਂ 6ਵਾਂ ਦੇ ਫੜਨ ਦੀ ਗੱਲ ਇਹ ਕਰਦੇ ਆ, ਫਿਰ ਇਹਦਾ ਵਿਰੋਧ ਵੀ ਹੋਊਗਾ। ਔਰ ਇਹਦੇ ਵਾਸਤੇ ਅਸੀਂ ਤਿਆਰ ਆ ਪੂਰੇ। ਅੱਜ ਸਿੰਘ ਕਹਿੰਦੇ ਨਜ਼ਰ ਆਏ ਕਿ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ। ਕੋਰਟ ਦੇ ਵਿੱਚ ਉਹਨਾਂ ਨੇ ਆਹ ਗੱਲ ਆਖੀ ਹੈ, ਕਹਿੰਦੇ ਜੋ ਵੀ ਇਹੋ ਜਿਹੀ ਘਟਨਾ ਨੂੰ ਅੰਜਾਮ ਦਿੰਦਾ ਪੱਥ ਭ੍ਰਸ਼ਟ ਹੋ ਜਾਂਦਾ। ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਉੱਥੇ ਆਖੀ। ਇਹ ਤਾਂ ਹੈਗਾ ਹੀ ਆ। ਦੇਖੋ ਸਤਿਕਾਰਯੋਗ ਆ, ਜਦੋਂ ਰਾਮਾਇਣ ਦੀ ਬੇਅਦਬੀ ਹੁੰਦੀ ਆ ਸਾਨੂੰ ਓਨਾ ਹੀ ਦੁੱਖ ਲੱਗਦਾ। ਜੇ ਕੋਈ ਕੁਰਾਨ ਦੀ ਬੇਅਦਬੀ ਕਰਦਾ ਸਾਨੂੰ ਓਡਾ ਹੀ ਦੁੱਖ ਹੈ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਇਸ਼ਟ ਦੀ ਅੱਜ ਬੇਅਦਬੀ ਹੋਈ ਆ ਤਾਂ ਸਾਨੂੰ ਉਦੋਂ ਵੱਡਾ ਦੁੱਖ ਹੈ। ਅਤੇ ਜਿਹੜੇ ਦੂਜੇ ਲੋਕ ਨੇ ਜਿਹੜੇ ਸਾਨੂੰ ਜਾਤਾਂ ਪਾਤਾਂ ਦੇ ਵਿੱਚ ਵੰਡ ਕੇ ਆਪਣੀਆਂ ਕੁਰਸੀਆਂ 'ਤੇ ਕਾਬਜ਼ ਹੋਏ ਨੇ, ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਜਿਹੜੇ ਹੁਣ ਲੋਕ ਨੇ ਪੜ੍ਹੇ ਲਿਖੇ ਨੇ ਉਹ ਤੁਹਾਡੀਆਂ ਚਾਲਾਂ ਨੂੰ ਸਮਝ ਰਹੇ ਨੇ। ਇਹ ਸਾਰਾ ਇਸ਼ੂ ਜੋ ਬਣਾਇਆ ਸਾਡੇ ਨਾਲ, ਪਹਿਲਾਂ ਮੈਨੂੰ ਦੱਸੋ ਉਸ ਬੰਦੇ ਦੀ ਜਾਤੀ ਦੁਸ਼ਮਣੀ ਸੀਗੀ ਜਾਂ ਹੋਰ ਸੀ? ਜੇ ਉਹ ਇੱਥੇ ਭੇਜਿਆ, ਸਾਜ਼ਿਸ਼ ਘੜਤਾ, ਕਿਸੇ ਲਾਲਚ ਦੇ ਵਿੱਚ ਆ ਕੇ ਉਹਨੇ ਇਸ਼ਟ ਨੂੰ ਹੱਥ ਪਾਇਆ, ਤਾਂ ਹੀ ਉਹਦਾ ਇਹ ਹਾਲ ਹੋਇਆ। ਇੱਕ ਇਹ ਗੱਲ ਬਾਬਾ ਜੀ ਚੋਲੇ ਦੀ ਗੱਲ ਕਹਿ ਰਹੇ ਨੇ ਜੀ, ਕਹਿੰਦੇ ਵੀ ਉਹਨੂੰ ਚੋਲਾ ਜਿਹੜਾ ਬਾਣਾ ਤੁਸੀਂ ਆਪ ਪਵਾਇਆ, ਉਹਨੂੰ ਬਾਣਾ ਕਿਸੇ ਨੇ ਨਹੀਂ ਪਵਾਇਆ ਜੀ। ਉਹ ਬਾਣਾ ਉਹਨੇ ਆਪਣੇ ਆਪ ਚੋਰੀ ਚੁੱਕ ਕੇ ਪਾਇਆ ਉੱਥੋਂ, ਉਹਨੂੰ ਕਿਸੇ ਨੇ ਬਾਣਾ ਨਹੀਂ ਪਵਾਇਆ। ਐਵੇਂ ਇਹ ਗੱਲਾਂ ਨਹੀਂ ਕਰਦੀਆਂ, ਲੋੜ ਜ਼ਰੂਰ ਇਹ ਹੈਗੀ ਹਰੇਕ ਬੰਦਾ ਹੀ ਕਰਦਾ ਜੀ, ਉਹਨੂੰ ਆਪ ਪਵਾ ਕੇ ਬਾਣਾ ਆਪ ਇਸ ਤਰ੍ਹਾਂ ਕਰਦਾ, ਇਹੋ ਜਿਹੀ ਕੋਈ ਗੱਲ ਨਹੀਂ। ਦੇਖੋ ਉਹਨੇ ਆਪ ਚੁੱਕਿਆ। ਫਿਰ ਇੱਕ ਹੋਰ ਤੁਸੀਂ ਆ ਜਿਹੜੀ FIR ਆ ਜਿਹੜੀ ਲਿਖੀ ਗਈ ਆ, ਉਹਦੇ ਵਿੱਚ ਇਹ ਲਿਖਿਆ ਗਿਆ 302 ਤੇ 34 ਧਾਰਾ ਲੱਗੀ ਆ, ਤੇ ਉਹਦੇ ਵਿੱਚ ਜਿਹੜੀ FIR ਦਰਜ ਕੀਤੀ ਗਈ ਆ ਉਹ ਪੁਲਿਸ ਵੱਲੋਂ ਹੀ ਕੀਤੀ ਹੈ, ਕਿਸੇ ਵੱਲੋਂ ਨਹੀਂ ਕਰਾਈ ਗਈ। ਉਹ ਗੁੰਮਨਾਮ ਬੰਦਾ ਕੌਣ ਸੀ ਤੇ ਕਿੰਨਾ ਨੇ ਮਾਰਿਆ ਉਹ ਵੀ ਗੁੰਮਨਾਮ ਨੇ, ਕਿਸੇ ਦੀ ਪਛਾਣ ਤਾਂ ਕੋਈ ਨਹੀਂ। ਇਹ ਤਾਂ ਜੇ ਨਿਹੰਗ ਸਿੰਘਾਂ ਨੇ ਆਪਣਾ ਕਿਹਾ ਵੀ ਸਾਡੇ ਗੁਰੂ ਦੀ ਬੇਅਦਬੀ ਹੋਈ ਆ, ਇਹਨੇ ਕੀਤੀ ਆ ਸ਼ਖਸ ਨੇ, ਅਸੀਂ ਤਾਂ ਮਾਰਿਆ, ਉਹ ਮੁੱਕਰੇ ਨਹੀਂ, ਉਹ ਭੱਜੇ ਨਹੀਂ। ਫਿਰ ਇਹਦੇ ਵਿੱਚ ਹੋਰ ਦੱਸੋ ਕੀ ਹੋਣਾ ਚਾਹੀਦਾ? ਉਹ ਸੂਰਮੇ ਨੇ ਜਿਨ੍ਹਾਂ ਨੇ ਆਪਣੇ ਕਵਾਲੀਆ ਜੁਰਮ ਕਬੂਲ ਕਰ ਲਿਆ। ਮੈਂ ਕਹਿੰਦਾ ਮੈਨੂੰ ਦੁਨੀਆ ਦਾ ਕੋਈ ਵੀ ਪੁਲਿਸ ਦਾ ਜਿਹੜਾ ਵੱਡਾ ਉੱਚ ਅਧਿਕਾਰੀ ਹੈ ਉਹ ਇੱਕੋ ਹੀ ਗੱਲ ਦਾ ਮੇਰੀ ਜਵਾਬ ਦੇ ਦੇਵੇ ਵੀ 302 ਦਾ ਜਦੋਂ ਕੇਸ ਬਣਦਾ ਹੈ, ਤੁਹਾਡੇ ਕੋਲ ਕੋਈ ਬੰਦਾ ਆਪ ਆਇਆ ਚੱਲ ਕੇ? ਅੱਜ ਨਿਹੰਗ ਸਿੰਘ ਫੌਜਾਂ ਨੇ ਜੇ ਸੋਧਾ ਲਾਇਆ ਉਹਨਾਂ ਨੂੰ, ਤਾਂ ਸਾਰੀ ਕੌਮ ਨੇ, ਸਾਰੇ ਪੰਥ ਨੇ ਉਹਨਾਂ ਦੀ ਫਿੱਟ ਤਾਪੜੀ ਆ। ਅਤੇ ਪੂਰੇ ਸਤਿਕਾਰ ਦੇ ਨਾਲ, ਮਾਣ ਦੇ ਨਾਲ ਅਸੀਂ ਰਾਤ ਆਪਣੇ ਹੱਥਾਂ ਦੇ ਨਾਲ ਉਹਨੂੰ ਜਾ ਕੇ ਥਾਣੇ ਦੇ ਵਿੱਚ ਛੱਡ ਕੇ ਆਏ ਹਾਂ, ਪੇਸ਼ ਕਰਕੇ ਆਏ ਹਾਂ। ਅਸੀਂ ਭੱਜ ਨਾ ਜਾਂਦੇ, ਜਦੋਂ ਅਣਪਛਾਤੇ ਸੀ ਉੱਥੇ ਕਿਹਨੂੰ ਭਾਲ ਲੈਂਦੇ। ਇਸ ਕਰਕੇ ਹੁਣ ਸਰਕਾਰ ਇਹਨੂੰ ਹੋਰ ਬੜਾਵਾ ਦੇਵੇ, ਇੱਥੇ ਸੰਕੋਚ ਕਰੇ, ਜਿਹੜੀ ਕਾਨੂੰਨੀ ਪ੍ਰਕਿਰਿਆ ਉਹ ਆਰੰਭ ਕਰੇ, ਜਿੱਧਰ ਉਹਦੀਆਂ ਜੜ੍ਹਾਂ ਜਾਂਦੀਆਂ ਨੇ। ਜਿਹੜੀ ਸੱਚਾਈ ਆ, ਜਿਹੜੇ ਬੰਦਿਆਂ ਨੇ ਭੇਜਿਆ, ਕਿਉਂ ਭੇਜਿਆ, ਉੱਧਰ ਤੁਰਨਾ ਚਾਹੀਦਾ, ਉਹ ਸੱਚਾਈ ਕੱਢਣੀ ਚਾਹੀਦੀ ਆ। ਜੇ ਅਸੀਂ ਜਾਣਬੁੱਝ ਕੇ ਉਹਨੂੰ ਕਤਲ ਕਰਿਆ ਜਾਂ ਸਾਡੀ ਨਿੱਜੀ ਰੰਜਿਸ਼ ਉਹਦੇ ਵਿੱਚ ਨਿਕਲਦੀ ਹੈ, ਅਸੀਂ ਸਾਰੇ ਜੇਲ੍ਹ ਜਾਣ ਨੂੰ ਤਿਆਰ ਹਾਂ। ਬਾਬਾ ਜੀ, ਇੱਕ ਸੰਯੁਕਤ ਮੋਰਚੇ ਦੇ ਜੋਗਿੰਦਰ ਯਾਦਵ ਵੱਲੋਂ ਬਿਆਨਬਾਜ਼ੀ ਆ ਰਹੀ ਹੈ ਕਿ ਨਿਹੰਗ ਜਥੇਬੰਦੀਆਂ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ, ਅਸੀਂ ਪਹਿਲੇ ਦਿਨ ਤੋਂ ਇਹਨਾਂ ਨੂੰ ਕਿਹਾ ਸੀ ਵੀ ਤੁਹਾਡੇ ਲਈ ਇੱਥੇ ਕੋਈ ਜਗ੍ਹਾ ਨਹੀਂ। ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਜੇ ਜੋਗਿੰਦਰ ਯਾਦਵ ਨਿਹੰਗ ਸਿੰਘਾਂ ਵਾਸਤੇ, ਉਹਦੇ ਵਾਸਤੇ ਕੋਈ ਜਗ੍ਹਾ ਨਹੀਂ, ਤਾਂ ਜਿਹੜੇ ਨਿਹੰਗ ਸਿੰਘ ਨੇ ਉਹ ਲੰਡੂ, ਜਿਹੜਾ ਇਹ ਲੰਡੂ ਜਿਹਾ ਬੰਦਾ ਵਾ ਜੋਗਿੰਦਰ ਯਾਦਵ, ਇਹਦੇ ਨਾਲ ਕੋਈ ਐਡਾ ਕੋਈ ਖਾਸ, ਮੈਂ ਕਹਿੰਦਾ ਉਹ ਇਕੱਠ ਕਰੇ, ਮੈਨੂੰ ਦਿਖਾਵੇ ਕਿੰਨੇ ਕੁ ਉਹਦੇ ਨਾਲ ਉਹਦੇ ਇਲਾਕੇ ਦੇ ਤੁਰਦੇ ਨੇ, ਕਿੰਨੇ ਕੁ ਬੰਦੇ ਉਹਦੇ ਇਲਾਕੇ, ਉਹਦੇ ਨਾਲ ਕੋਈ ਨਹੀਂ ਤੁਰਦਾ ਹੈਗਾ। ਉਹ ਅੱਜ ਇੱਥੇ ਗੱਲਾਂ ਮਾਰਦਾ, ਹੀਰੋ ਬਣਦਾ ਫਿਰਦਾ। ਸਾਡੇ ਸੰਯੁਕਤ ਮੋਰਚੇ ਵਾਲੇ ਇਹੋ ਜਿਹੇ ਲੰਡੂਆਂ ਨੂੰ ਸਿਰ 'ਤੇ ਚੜ੍ਹਾ ਰੱਖਿਆ। ਉਹ BJP ਦਾ RSS ਦਾ ਬੰਦਾ ਵਾ, ਇਹ ਜਿਹੜੇ ਇਹੋ ਜਿਹੇ ਗੱਲਾਂ ਕਰਦਾ। ਉਹ ਜਿੱਥੇ ਮਰਜ਼ੀ ਬੈਠ ਕੇ, ਮੈਂ ਜੋਗਿੰਦਰ ਯਾਦਵ ਨੂੰ ਚੈਲੰਜ ਕਰਨਾ ਚਾਹੁੰਦਾ, ਜਿੱਥੇ ਮਰਜ਼ੀ ਸਾਹਮਣੇ ਬੈਠ ਕੇ ਗੱਲ ਕਰ, ਜੇ ਤੇਰੀ ਜ਼ਰੂਰਤ ਆ, ਭਕਾਈ ਕੁੱਤਿਆਂ ਵਾਲੀ ਨਾ ਮਾਰ, ਅਸੀਂ ਜਿੱਥੇ ਮਰਜ਼ੀ ਬੁਲਾ, ਅਸੀਂ ਆਉਂਦੇ ਹਾਂ। ਆਹ ਲਾਈਵ ਚੱਲਦੇ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ, ਸਾਡੇ ਸਵਾਲਾਂ ਦਾ ਜਵਾਬ ਦਿਓ। ਉਦਣ ਜੋਗਿੰਦਰ ਯਾਦਵ ਉਦਣ ਕਿਉਂ ਨਹੀਂ ਆਇਆ ਜਦੋਂ RSS BJP ਚੜ੍ਹ ਕੇ ਆ ਗਈ ਸੀ ਸਟੇਜ ਦੇ ਉੱਤੇ, ਕਿਸਾਨਾਂ ਨੂੰ ਮਾਰ ਕੁੱਟ ਕਰ ਰਹੀ ਸੀ? ਉਦੋਂ ਇਹ ਜੋਗਿੰਦਰ ਯਾਦਵ ਕਿੱਥੇ ਗਿਆ ਸੀ? ਉਦੋਂ ਰਾਜੀਵਾਲ ਕਿੱਥੇ ਗਿਆ ਸੀਗਾ? ਉਹ ਤਾਂ ਕਹਿੰਦੇ ਸਾਡੇ ਹੈ ਨਹੀਂ ਗੇ, ਆ ਸਾਡੇ 'ਤੇ ਇਲਜ਼ਾਮਬਾਜ਼ੀ ਕਰ ਰਹੇ ਨੇ। ਸਾਡੇ ਕੋਲ ਵੱਡੇ ਖੁਲਾਸੇ ਨੇ, ਜੇ ਅਸੀਂ ਆਪਦੀ ਆਈ 'ਤੇ ਆ ਕੇ ਇਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਸਿਆਉਣਾ ਸਾਰੇ ਲੀਡਰਾਂ ਨੂੰ।
ਕਿੱਥੇ ਫਿਰਦੇ ਨੇ ਇਹ? ਕਿੱਥੇ ਕਿਉਂ ਇਹ ਸਾਰੇ ਭਾਰਤ ਦੇ ਕਿਸਾਨਾਂ ਨੂੰ ਅੱਗ ਦੀ ਝੋਕ 'ਚ ਝੋਕ ਰਹੇ ਨੇ? ਜੋ ਕੁਝ ਹੋ ਰਿਹਾ ਇਹਨਾਂ ਕਿਸਾਨਾਂ ਦੀ ਬਦੌਲਤ ਹੋ ਰਿਹਾ, ਨਹੀਂ ਐਡਾ ਕੰਮ ਹੋਣਾ ਹੀ ਸੀਗਾ। ਇਹ ਆਪਦੇ ਜਿਹੜੇ ਇਹੋ ਜਿਹੇ ਲੰਡੂ ਬੰਦੇ ਨੇ, ਉਹ ਆਪਦੀਆਂ ਜ਼ਬਾਨਾਂ ਨੂੰ ਲਗਾਮ ਦੇਣ, ਜਾਂ ਅਸੀਂ ਚੈਲੰਜ ਕਰਦੇ ਸਾਰਿਆਂ ਨੂੰ, ਸਾਡੇ ਸਾਹਮਣੇ ਬੈਠੋ, ਤੁਸੀਂ ਸਾਡੇ ਸਾਹਮਣੇ ਬੈਠੋ, ਸਾਨੂੰ ਸਵਾਲ ਕਰੋ, ਅਸੀਂ ਜਵਾਬ ਦੇਵਾਂਗੇ। ਜੇ ਤੁਹਾਡੇ ਜੁਰਤ ਹੈ, ਜੇ ਤੁਸੀਂ ਸੱਚੇ ਹੋ ਤਾਂ ਅਸੀਂ ਸਵਾਲ ਕਰਾਂਗੇ, ਤੁਸੀਂ ਜਵਾਬ ਦੇ ਕੇ ਦਿਓ ਉਹਦਾ। ਐਵੇਂ ਭਕਾਈ ਮਾਰੀ ਜਾਣੀ, ਐਵੇਂ ਕਰੀ ਜਾਣਾ, ਉਹ ਨਾ ਕਰਿਓ ਕਰੋ। ਤੁਹਾਡੀਆਂ ਕਿੱਡੀਆਂ ਸੇਵਾਵਾਂ ਨੇ, ਜੱਗ ਜਾਣਦਾ ਵੀ ਸਾਡੀਆਂ ਕਿੱਡੀਆਂ ਸੇਵਾਵਾਂ ਨੇ। ਜੇ ਸੰਗਤ ਕਹੂ ਅਸੀਂ ਤਾਂ ਕਹਿੰਦੇ ਪ੍ਰਵਾਨ ਕਰਦੇ ਆ, ਜੇ ਸੰਗਤ ਕਹੂ ਚਲੇ ਜਾਵਾਂਗੇ, ਸੰਗਤ ਕਹੂ ਰਹਿ ਪਾਂਗੇ, ਜਿੰਨੀ ਸੇਵਾ ਹੋਗੀ ਪ੍ਰਵਾਨ ਕਰ ਲਏ। 2 ਤਰੀਕ ਪੂਰੀ ਐਸਕੇਐਮ ਜਿਹੜੀ ਹੈ, ਪੂਰੀ ਐਸਕੇਐਮ ਨਹੀਂ ਇਸ ਪੂਰੀ ਘਟਨਾ ਤੋਂ ਆਪਣੇ ਹੱਥ ਪਿੱਛੇ ਕਰ ਲੈਣੇ। ਉਹ ਕਹਿੰਦੇ ਸਾਡਾ ਇਸ ਘਟਨਾ ਦੇ ਨਾਲ ਲੈਣਾ ਦੇਣਾ ਹੀ ਕੋਈ ਨਹੀਂ। ਉਹ ਚੰਗਾ ਪਤਾ ਕਿ ਜਿਹੜੇ ਕਿਸਾਨੀ ਲੀਡਰ ਨੇ, ਇਹ ਜਿਹੜਾ ਸੰਘਰਸ਼ ਉਹਨਾਂ ਦੇ ਪਿਓ ਦਾ ਤਾਂ ਕੋਈ ਨਹੀਂ ਨਾ, ਸੰਘਰਸ਼ ਤੇ ਪੂਰੀ ਦੁਨੀਆ ਦਾ ਹੈ। ਇੱਥੇ ਆਪ ਮੁਹਾਰੇ ਕਿੰਨੇ ਲੋਕ ਨੇ, ਕਿਸੇ ਨੇ ਇੱਥੇ ਕਿਹਾ ਵੀ ਤੁਸੀਂ ਜਾਓ ਨਿਹੰਗ ਸਿੰਘਾਂ ਨੂੰ? ਇਕੱਲੇ ਲੀਡਰਾਂ ਦੇ ਕਹਿਣ ਦੇ ਨਾਲ ਨਿਹੰਗ ਸਿੰਘ ਕਿਉਂ ਜਾਣਗੇ? ਚਲੋ ਮੈਂ ਤੁਹਾਡੀ ਵੱਡੀ ਗੱਲ ਕਰਦਾ ਉਹਨਾਂ ਲੀਡਰਾਂ ਦੀ। ਉਹ ਕਹਿੰਦੇ ਵੀ ਇਹ ਘਟਨਾ ਦਾ ਜਾਂ ਨਿਹੰਗ ਸਿੰਘਾਂ ਦਾ ਸਾਡੇ ਨਾਲ ਕੋਈ ਤਾਲੁਕਾਤ, ਨਿਹੰਗ ਸਿੰਘਾਂ ਨੂੰ ਚਲੇ ਜਾਣ, ਸਾਡਾ ਕੋਈ ਥਾਂ ਨਹੀਂ ਇੱਥੇ। ਪਰ ਮੈਂ ਇਹ ਪੁੱਛਣਾ ਚਾਹੁੰਦਾ, ਉਹ ਲੋਕਾਂ ਨੂੰ ਜਿਹੜੇ ਬਿਆਨ ਦੇ ਰਹੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦਾ ਗੁਰੂ ਹੈ ਜਾਂ ਨਹੀਂ? ਉਹ ਗੁਰੂ ਸਾਹਿਬ ਨੂੰ ਗੁਰੂ ਮੰਨਦੇ ਆ ਜਾਂ ਨਹੀਂ? ਇਹਨਾਂ ਤੁਸੀਂ ਪੁੱਛ ਲਓ ਜਾ ਕੇ ਸਵਾਲ, ਤੁਸੀਂ ਪੁੱਛੋ ਉਹਨਾਂ ਨੂੰ। ਅੱਛਾ ਬਾਬਾ, ਜੇ ਇਹ ਘਟਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜੀ ਆ, ਇਹ ਮੋਰਚੇ ਨਾਲ ਨਹੀਂ, ਗੁਰੂ ਸਾਹਿਬ ਦੀ ਬੇਅਦਬੀ ਹੋਈ ਆ। ਜੇ ਉਹਨਾਂ ਨੂੰ ਗੁਰੂ ਪਿਆਰਾ ਨਹੀਂ, ਘਟਨਾ ਉਹ ਲੱਖ ਮੁੱਕਰੀ ਜਾਣਾ, ਫਿਰ ਉਹ ਸਿੱਖ ਨਹੀਂ ਹੋ ਸਕਦੇ। 10 ਮਹੀਨੇ ਦੇ ਬੈਠੇ ਨਿਹੰਗ ਸਿੰਘ, 10 ਮਹੀਨਿਆਂ ਦਾ ਕੋਈ ਵਾਅਦਾ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਤਾਂ ਇਹ ਨਿਹੰਗ ਸਿੰਘਾਂ ਨੇ ਐਡਾ ਸਟੈਪ ਚੱਕਿਆ ਨੇ, ਸਾਨੂੰ ਕੀ ਲੋੜ ਸੀ ਸਟੈਪਾਂ ਚੱਕਣ ਦੀ? ਕੋਈ ਸੁਨੇਹਾ ਦੇਣਾ ਚਾਹੋਗੇ? ਸੁਨੇਹਾ ਤਾਂ ਇਹ ਆ ਸਾਡਾ ਸਾਰੇ ਕਿਸਾਨਾਂ ਨੂੰ, ਪੰਜਾਬ ਦਿਆਂ ਨੂੰ, ਭਾਰਤ ਦਿਆਂ ਨੂੰ, 27 ਤਰੀਕ ਵੀ ਅਸੀਂ ਸ਼ਾਂਤੀ ਦੇ ਪੁਜਾਰੀ ਹਾਂ। ਅਸੀਂ ਕਿਸੇ ਦੇ ਘਰੇ ਚੜ੍ਹ ਕੇ ਨੇ ਕੋਈ ਨਜਾਇਜ਼ ਨਹੀਂ ਕਰੀ। ਜੇ ਸਾਡੇ ਇਸ਼ਟ ਦੀ ਬੇਅਦਬੀ ਹੋਈ ਆ ਤਾਂ ਸਿੰਘਾਂ ਦਾ ਖੂਨ ਖੌਲਿਆ, ਤੁਰਤ ਉਹਨੂੰ ਸੋਧਾ ਲਾਇਆ ਗਿਆ। ਜਿਹੜੇ ਲੋਕ ਇਹ ਕਹਿੰਦੇ ਨੇ ਸਾਰੀ ਪ੍ਰੈਸ ਖੜੀ ਆ, ਮੇਰੀ ਸਾਰੀ ਪ੍ਰੈਸ ਨੂੰ ਮੈਨੂੰ ਇੱਕ ਸਵਾਲ ਦਾ ਜਵਾਬ ਦੇ ਦਿਓ ਵੀ ਤੁਸੀਂ ਸਾਰਿਆਂ ਨੇ ਦੇਣਾ ਜਵਾਬ। ਮੈਂ ਇੱਕੋ ਹੀ ਸਵਾਲ ਕਰਦਾ ਤੁਹਾਨੂੰ। ਮੇਰਾ ਸਵਾਲ ਇਹ ਆ, ਜੇ ਕੋਈ ਵਿਅਕਤੀ ਤੁਹਾਡੇ ਪਿਓ ਦੀ ਦਾੜੀ ਪੱਟਦਾ ਹੋਵੇ, ਤੁਹਾਡੇ ਪਿਓ ਨੂੰ ਮਾਰਦਾ ਹੋਵੇ ਤੁਹਾਡੇ ਸਾਹਮਣੇ, ਤੁਸੀਂ ਫਿਰ ਉਸ ਟਾਈਮ ਕੀ ਡਿਸੀਜਨ ਲਿਓਗੇ? ਦੱਸੋ, ਪ੍ਰੈਸ ਦੱਸੇ ਸਾਰੀ, ਬੋਲੋ ਕੀ ਕਰੋਗੇ ਤੁਸੀਂ ਉਸ ਵਕਤ? ਬੋਲੋ ਕੀ ਕਰੋਗੇ ਉਸ ਵਕਤ? ਤੁਸੀਂ ਕੀ ਕਰੋਗੇ? वही करेंगे जो हुआ है, आपने किया वही करेंगे। ਜੋ ਹੋਏਗਾ ਉਹੀ ਕਰੋਗੇ। बस यही सवाल का जवाब है। ਸਾਡੇ ਪਿਓ ਦੀ ਪੱਗ ਨੂੰ ਹੱਥ ਪਾਇਆ, ਜੋ ਸਾਡੇ ਸਿੰਘਾਂ ਪਿਓ ਨੇ ਨੂੰ ਕਰਨਾ ਮਾਰਿਆ ਸੀ ਉਹਨਾਂ ਨੇ, ਜੋ ਸਾਥੋਂ ਉੱਥੇ ਹੋਇਆ ਉਹ ਸਿੰਘਾਂ ਨੇ ਕਰਤਾ। ਉਹ ਸਾਰੇ ਜਿਨ੍ਹਾਂ ਸਰੈਂਡਰ ਨੇ ਨੇ ਕੀਤਾ ਸਿਲੰਡਰ ਆਹੀ ਕਰਤਾ। ਗੁੱਸਾ ਬਸ, ਹੋਰ ਕੁਛ ਨਹੀਂ। ਜਿਹਦੇ ਭੱਜੇ ਹੋਣ, ਫਿਰ ਜੋ ਭੱਜਿਆ ਹੀ ਕੋਈ ਨਹੀਂਗਾ, ਸਾਰੇ ਉੱਤੇ बाबा ਬੈਠੇ। जी, क्या जो किसान संयुक्त मोर्चा के जितने भी किसान नेता हैं, क्या आप 27 तारीख को इनको भी इनविटेशन दे रहे हैं? बिल्कुल सारे दवांगे, सारे जथेबंदियों को बुलाया है हम, सब आए। अभी तक किसी का भी बयान सामने नहीं आया है और सब इसको गलत बता रहे जिसने बयान दिया है। उन्होंने कहा है कि एक कानून नाम की चीज थी, तो निहंगों ने किसान जो जिसने भी बेअदबी की है उसको प्रशासन को सौंपना चाहिए। ਕਾਨੂੰਨ ਨਾਮ ਦੀ ਚੀਜ਼ ਦੇਖੋ ਤੁਸੀਂ, ਸਾਡਾ 84 'ਚ ਕਿੰਨਾ ਕਾਂਡ ਹੋਇਆ, ਕਿੰਨੇ ਨੌਜਵਾਨ ਮਾਰੇ ਗਏ, ਕਿੰਨਾ ਟਾਇਰ ਗਲਾ 'ਚ ਸਾੜੇ ਗਏ ਪਾ ਕੇ। ਸਾਨੂੰ ਉਹ ਇਨਸਾਫ ਨਹੀਂ ਮਿਲਿਆ ਜੇ ਕਾਨੂੰਨ 'ਚ ਉਹ ਇਨਸਾਫ ਨਹੀਂ। ਜੇ ਕਿਸਾਨ ਆਗੂਆਂ ਨੂੰ ਕਾਨੂੰਨ ਤੇ ਭਰੋਸਾ ਹੈ, ਸਾਰੇ ਕੰਨ ਖੋਲ ਕੇ ਸੁਣ ਲਓ। ਜੇ ਕਿਸਾਨ ਆਗੂ ਇਹ ਕਹਿੰਦੇ ਨੇ ਵੀ ਕਾਨੂੰਨ ਦੇ ਵਿੱਚ ਰਹਿਣਾ ਚਾਹੀਦਾ ਸੀ, ਤਾਂ ਫਿਰ ਤੁਸੀਂ ਜੇ ਕਾਨੂੰਨ ਤੇ ਵਿਸ਼ਵਾਸ ਕਰਦੇ ਹੋ ਤਾਂ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਜਿਹੜੇ ਕਿਸਾਨ ਨੇ ਉਹ ਘਰਾਂ ਨੂੰ ਚਲੇ ਜਾਣ। ਅਸੀਂ ਜਿਹੜੀ ਆ ਕਾਨੂੰਨਾਂ ਇਹਦੇ ਰੱਦ, ਇਹਨਾਂ ਤੇ ਪਾਬੰਦੀ ਲਾਤੀ ਆ। ਫਿਰ ਤੁਸੀਂ ਕਾਨੂੰਨ ਮੰਨੋ, ਫਿਰ ਇੱਥੇ ਸਾਨੂੰ ਕਾਹਤੋਂ ਬਿਠਾਇਆ? ਚਲੋ ਘਰਾਂ ਨੂੰ। ਬੈਰੀਕੇਡ ਤੋੜ ਕੇ ਕਿਉਂ ਆਏ ਫਿਰ ਇੱਥੇ? ਚਲੋ ਫਿਰ ਘਰਾਂ ਨੂੰ। ਜੇ ਤੁਹਾਡਾ ਕਾਨੂੰਨ ਤੇ ਵਿਸ਼ਵਾਸ ਆ, ਫਿਰ ਕਿਉਂ ਸਾਨੂੰ ਇੱਥੇ ਬਿਠਾਇਆ? ਕਿਉਂ ਗਦੀ ਗੇੜ ਪਾਏ ਲੋਕਾਂ ਨੂੰ? ਕਿਉਂ ਲੋਕਾਂ ਦੇ ਪੈਸੇ ਬਰਬਾਦ ਕਰੇ ਨੇ? ਕਿਉਂ ਲੋਕਾਂ ਦੇ ਜਿਹੜਾ 700-800 ਬੰਦਾ ਇੱਥੇ ਮਰਿਆ, ਕਿਉਂ ਉਹ ਕਿਹਦੇ ਖਾਤੇ ਪਾਉਣਗੇ? ਜੇ ਤੁਹਾਨੂੰ ਕਾਨੂੰਨ ਤੇ ਵਿਸ਼ਵਾਸ ਆ, ਫਿਰ ਕਾਨੂੰਨ ਤੇ ਵਿਸ਼ਵਾਸ ਰੱਖੋ। ਸੁਪਰੀਮ ਕੋਰਟ ਨੇ ਕਹਿਤਾ ਵੀ ਅਸੀਂ ਇਹ 'ਤੇ ਰੋਕ ਲਾਤੀ, ਘਰਾਂ ਨੂੰ ਜਾਓ। ਫਿਰ ਚਲੋ ਘਰਾਂ ਨੂੰ। ਫਿਰ ਇੱਥੇ ਬੈਠੇ ਕੀ ਕਰਦੇ ਹੋ ਤੁਸੀਂ? ਜਦੋਂ ਸੁਪਰੀਮ ਕੋਰਟ ਨੇ ਰੋਕ ਹੀ ਲਾਤੀ ਆ, ਜੇ ਕਾਨੂੰਨ ਨੂੰ ਤੁਸੀਂ ਮੰਨਦੇ ਹੋ, ਫਿਰ ਇੱਥੇ ਕਿਉਂ ਨੂੰ ਬਿਠਾਇਆ? ਚਲੋ ਘਰਾਂ ਨੂੰ ਚੱਲੀਏ। ਜਿੱਦਣ ਆਰਐਸ ਆ ਕੇ ਪਏ ਨੇ, ਉਦੋਂ ਕਿੱਥੇ ਗਏ ਸੀ ਜ਼ਿਮੀਂਦਾਰ?